हेलो गाइस वेलकम टू करियर एज। रजी अज अपनी क्लास थर्ड है जनरल अवेयरनेस की। ठीक है, ਤੁਹਾਨੂੰ ਪਤਾ ਹੈ ਕਰੀਅਰ ਐਜ ਤੁਹਾਡੇ ਲਈ ਐਟਲੀਸਟ 10 ਡੇਜ਼ ਦਾ ਰੈਪਿਡ ਰਿਵੀਜ਼ਨ ਬੈਚ ਲੈ ਕੇ ਆ ਰਿਹਾ, ਜਿਸ ਦੇ ਵਿੱਚ ਕੀ ਅਸੀਂ ਲਗਾਤਾਰ 10 ਡੇਜ਼ ਡਿਫਰੈਂਟ ਸਬਜੈਕਟਸ ਜਿਹੜੇ MCQ ਸੋਲਵ ਕਰ ਰਹੇ ਹਾਂ। ਠੀਕ ਹੈ, ਪ੍ਰੀਵੀਅਸ ਈਅਰ ਕੁਐਸਚਨ ਸੋਲਵ ਕਰ ਰਹੇ ਹਾਂ ਜਿਹੜੇ ਕਿ ਪ੍ਰੀਵੀਅਸ ਐਗਜ਼ਾਮੀਨੇਸ਼ਨ ਦੇ ਵਿੱਚ ਆ ਚੁੱਕੇ ਨੇ। ਠੀਕ ਹੈ, ਇਹ ਰਜੀ ਜਿਹੜੀ ਵੀਡੀਓਜ਼ ਨੇ ਸਾਰੇ ਦੇ ਸਾਰੇ ਪੰਜਾਬ ਐਗਜ਼ਾਮ ਲਈ ਰੈਲੇਵੈਂਟ ਨੇ। ਡੇਲੀ 9 ਵਜੇ ਰਾਤ ਨੂੰ 9 ਵਜੇ ਆਪਾਂ ਜਨਰਲ ਅਵੇਅਰਨੈਸ ਪੜ੍ਹਦੇ ਰਜੇ, ਜਨਰਲ ਅਵੇਅਰਨੈਸ ਦੇ MCQs ਪੜ੍ਹਦੇ ਹਾਂ। ਇਸੇ ਤਰ੍ਹਾਂ ਡੇਲੀ ਰਜੇ ਰੂਟੀਨ ਵਾਈਜ਼ ਡਿਫਰੈਂਟ ਸਬਜੈਕਟਸ ਜਿਹੜੇ ਕੀ ਹੈ ਟਾਈਮ ਵਾਈਜ਼ ਆਪਣੇ ਬੈਚਿਸ ਚੱਲ ਰਹੇ ਨੇ, ਕਲਾਸਿਸ ਚੱਲ ਰਹੀਆਂ ਨੇ, ਰੀਜ਼ਨਿੰਗ, ਕੁਆਂਟ, ਮੈਥਸ। ਠੀਕ ਹੈ, ਸਭ ਕੁਛ ਦਾ ਜਿਹੜੇ ਕੀ ਹੈ ਕਲਾਸਿਸ ਚੱਲ ਰਹੀਆਂ ਨੇਗੀਆਂ। ਤੁਸੀਂ ਕਰੀਅਰ ਐਜ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਰਜੇ, ਵੀਡੀਓਜ਼ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਆਪਣੇ ਜਿਹੜੇ ਸਾਥੀ ਸੰਬੰਧੀ ਨੇ ਉਹਨਾਂ ਨੂੰ ਇਸ ਪਲੈਟਫਾਰਮ ਬਾਰੇ ਜਾਣਕਾਰੀ ਦਿਓ ਕਿ ਹਾਂ ਕਿੰਨੇ ਅੱਛੇ ਇਨੀਸ਼ੀਏਟਿਵ ਜਿਹੜਾ ਕਰੀਅਰ ਐਜ ਲੈ ਕੇ ਆ ਰਿਹਾ ਤੁਹਾਡੇ ਵਾਸਤੇ, ਔਰ ਉਹ ਵੀ ਬਿਲਕੁਲ ਫ੍ਰੀ ਲੈ ਕੇ ਆ ਰਿਹਾ। ਠੀਕ ਹੈ, ਫ੍ਰੀ ਵੀਡੀਓਜ਼ ਨੇਗੀਆਂ, ਤੁਸੀਂ ਸਾਰੇ ਜਦੋਂ ਮਰਜ਼ੀ ਐਕਸੈਸ ਕਰ ਸਕਦੇ ਹੋ, ਦੁਬਾਰਾ ਦੇਖ ਸਕਦੇ ਹੋ ਔਰ ਆਪਣੇ ਕਨਸੈਪਟ ਪੱਕੇ ਕਰ ਸਕਦੇ ਹੋ। ਠੀਕ ਹੈ, ਇਹਨਾਂ ਵੀਡੀਓਜ਼ ਦੇ ਵਿੱਚ ਰਾਜੇ ਅਸੀਂ ਸਿਰਫ MCQ ਸੋਲਵ ਨਹੀਂ ਕਰਦੇ ਬਲਕਿ ਅਸੀਂ ਕਨਸੈਪਟ ਬਿਲਡਿੰਗ ਵੀ ਕਰਦੇ ਹਾਂ। ਠੀਕ ਹੈ, ਇੱਕ MCQ ਦੇ ਅੱਗੇ ਤੋਂ ਬਾਅਦ ਅਸੀਂ 3-4 ਚੀਜ਼ਾਂ ਹੋਰ ਪੜ੍ਹਦੇ ਹਾਂ ਜਿਹੜੀ ਕਿ ਅਸੀਂ ਉਹਦੇ ਨਾਲ ਇੱਕ ਸਟੋਰੀ ਲਿੰਕ ਕਰਕੇ ਪੜ੍ਹਦੇ ਹਾਂ ਤਾਂ ਕਿ ਆਪਣਾ ਸਾਰਾ ਕੁਛ ਜਿਹੜਾ ਕੀ ਹੈ ਕੰਪਰੀਹੈਂਸਿਵਲੀ ਯਾਦ ਹੋ ਜਾਏ। ਠੀਕ ਹੈ ਰਾਜੇ ਸਟਾਰਟ ਕਰਦੇ ਹਾਂ ਫਿਰ ਆਪਾਂ। ਅੱਜ ਕਲਾਸ ਥਰਡ ਹੈ ਆਪਣੀ ਜਨਰਲ ਅਵੇਅਰਨੈਸ ਸੀ। ਠੀਕ ਹੈ ਜੀ, ਲੈਟਸ ਬਿਗਨ। ਫਸਟ ਕੁਐਸਚਨ ਹੈ ਰਾਜੇ, ਵਿਚ ਵਨ ਆਫ ਦ ਫੋਲੋਇੰਗ ਸਕ੍ਰਿਪਟਸ ਆਫ ਏਂਸ਼ੀਅੰਟ ਇੰਡੀਆ। ਸਕ੍ਰਿਪਟਸ ਕੀ ਹੁੰਦਾ ਰਾਜੇ? ਲਿਪੀ, ਜਿਵੇਂ ਸਾਡੀ ਗੁਰਮੁਖੀ ਲਿਪੀ ਹੈਗੀ। ਠੀਕ ਹੈ, ਉਸ ਤਰ੍ਹਾਂ ਸਕ੍ਰਿਪਟ ਹੁੰਦੀ ਹੈ ਲਿਪੀ। ਤਾਂ ਸਕ੍ਰਿਪਟ ਆਫ ਏਂਸ਼ੀਅੰਟ ਇੰਡੀਆ ਵਾਸ ਰਿਟਨ ਫਰੋਮ ਰਾਈਟ ਟੂ ਲੈਫਟ। ਜਿਵੇਂ ਰਾਜੇ ਆਪਾਂ ਉਰਦੂ ਲਿਖਦੇ ਹਾਂ ਆਪਾਂ ਜਾਂ ਫਾਰਸੀ ਲਿਖਦੇ ਹਾਂ, ਰਾਈਟ ਟੂ ਲੈਫਟ ਲਿਖਦੇ ਹਾਂ। ਠੀਕ ਹੈ, ਆਪਾਂ ਗੁਰਮੁਖੀ ਜਾਂ ਹੋਰ ਦੇਵਨਾਗਰੀ ਕਿਵੇਂ ਲਿਖਦੇ ਹਾਂ? ਲੈਫਟ ਟੂ ਰਾਈਟ ਲਿਖਦੇ ਹਾਂ, ਇਸ ਤਰ੍ਹਾਂ ਲਿਖਦੇ ਹਾਂ। ਠੀਕ ਹੈ, ਬਟ ਜਿਹੜੀ ਉਰਦੂ ਹੈ ਜਾਂ ਆਪਾਂ ਸਮਝਦੇ ਹਾਂ ਕਿ ਜਿਹੜੀ ਅਰਬੀ ਜਾਂ ਫਾਰਸੀ ਹੈ ਉਹ ਆਪਾਂ ਇੱਦਾਂ ਲਿਖਦੇ ਹਾਂ ਰਾਈਟ ਟੂ ਲੈਫਟ। ਠੀਕ ਹੈ, ਤਾਂ ਉਸੇ ਤਰ੍ਹਾਂ ਜਿਹੜੀ ਖਰੋਸ਼ਤੀ ਹੈ ਰਾਜੇ, ਇੱਕ ਹੋਰ ਸਕ੍ਰਿਪਟ ਹੈ ਖਰੋਸ਼ਤੀ। ਇਹ ਕੀ ਹੈ? ਇਹਨੂੰ ਵੀ ਰਾਈਟ ਟੂ ਲੈਫਟ ਹੀ ਲਿਖਿਆ ਜਾਂਦਾ। ਠੀਕ ਹੈ, ਇਹਦਾ ਰੀਜਨ ਵੀ ਕਿਹੜਾ ਰਾਜੇ? ਨੌਰਥ ਵੈਸਟ ਹੀ ਹੈਗਾ। ਲਗਭਗ ਇਸੇ ਇਲਾਕਿਆਂ ਦੇ ਵਿੱਚ ਜਿਹੜੀ ਇਹ ਸਕ੍ਰਿਪਟ ਲਿਖੀ ਜਾਂਦੀ ਸੀਗੀ। ਠੀਕ ਹੈ, ਬੇਸਿਕਲੀ ਅਸ਼ੋਕ ਦੇ ਟਾਈਮ ਦੇ ਵਿੱਚ। ਠੀਕ ਹੈ, ਅਸ਼ੋਕ ਦੀਆਂ ਵੈਸੇ ਤਾਂ ਜਿਹੜੀਆਂ ਇਨਸਕ੍ਰਿਪਸ਼ਨਸ ਨੇਗੀਆਂ ਆਪਾਂ ਉਹਨੂੰ ਬ੍ਰਹਮੀ ਸਕ੍ਰਿਪਟ ਦੇ ਵਿੱਚ ਮਿਲਦੀਆਂ ਨੇਗੀਆਂ। ਠੀਕ ਹੈ, ਬ੍ਰਹਮੀ ਦੇ ਵਿੱਚ ਮਿਲਦੀਆਂ ਨੇ, ਬਟ ਬਿਕਾਜ਼ ਨੌਰਥ ਵੈਸਟ ਵਾਲੇ ਲੋਕ ਜਿਹੜੇ ਕਿ ਸੀ ਖਰੋਸ਼ਤੀ ਯੂਜ਼ ਕਰਦੇ ਸੀ, ਤਾਂ ਇਹ ਵਾਲੇ ਇਲਾਕੇ ਦੇ ਵਿੱਚ ਜੇ ਇੰਡੀਆ ਆਪਣਾ, ਤਾਂ ਇਹ ਵਾਲੇ ਇਲਾਕੇ ਦੇ ਵਿੱਚ ਜਿਹੜੀਆਂ ਅਸ਼ੋਕ ਦੀਆਂ ਇਨਸਕ੍ਰਿਪਸ਼ਨ ਸੀਗੀਆਂ ਉਹ ਖਰੋਸ਼ਤੀ ਸਕ੍ਰਿਪਟ ਦੇ ਵਿੱਚ ਮਿਲਦੀਆਂ ਸੀ। ਠੀਕ ਹੈ, ਤਾਂ ਆਪਾਂ ਨੂੰ ਏਂਸ਼ੀਅੰਟ ਇੰਡੀਆ ਦੇ ਵਿੱਚ ਇਹ ਵਾਲੀ ਸਕ੍ਰਿਪਟ ਜਿਹੜੀ ਉਹ ਰਾਈਟ ਟੂ ਲੈਫਟ ਦੇਖਣ ਨੂੰ ਮਿਲਦੀ ਹੈ। ਠੀਕ ਹੈ ਜੀ, ਤਾਂ ਇੰਪੋਰਟੈਂਟ ਕੁਐਸਚਨ ਹੈ ਕਾਫੀ। ਠੀਕ ਹੈ, ਹਾਂਜੀ। ਸੈਕਿੰਡ ਕੁਐਸਚਨ ਰਾਜੇ, ਹੂ ਅਮੰਗ ਦ ਫੋਲੋਇੰਗ ਰੋਟ ਕਮੈਂਟਰੀਜ਼ ਔਨ ਹਰਸ਼ਵਰਧਨਜ਼ ਐਡਮਿਨਿਸਟ੍ਰੇਸ਼ਨ ਐਂਡ ਕੋਰਟ ਆਫ ਲਾਈਫ ਆਫ ਕਨੌਜ। ਹਰਸ਼ਵਰਧਨ ਦਾ ਰਾਜੇ ਪੀਰੀਅਡ ਪਤਾ ਆਪਾਂ ਨੂੰ ਲਗਭਗ 7th ਸੈਂਚੁਰੀ AD ਦੀ ਗੱਲ ਕਰਦੇ ਆਪਾਂ। ਠੀਕ ਹੈ, 600 ਪਲੱਸ AD ਤੋਂ ਬਾਅਦ ਦੀ ਗੱਲ ਕਰਦੇ ਆਪਾਂ। ਠੀਕ ਹੈ, ਜਦੋਂ ਮੈਂ 7th ਸੈਂਚੁਰੀ AD ਕਹਿ ਰਿਹਾ ਤਾਂ ਮਤਲਬ 600 AD ਪਲੱਸ ਦੀ ਗੱਲ ਕਰ ਰਿਹਾ ਮੈਂ, 600 ਤੋਂ ਲੈ ਕੇ 699 AD ਦੀ ਗੱਲ ਕਰ ਰਿਹਾ। ਦਿਸ ਇਜ਼ ਵਾਟ ਵੀ ਕਾਲ 7th ਸੈਂਚੁਰੀ AD। ਠੀਕ ਹੈ ਜੀ, ਤਾਂ ਇਹ ਵਾਲਾ ਟਾਈਮ ਪੀਰੀਅਡ ਰਾਜੇ ਰਿਹਾ ਹਰਸ਼ਵਰਧਨ ਦਾ। ਤਾਂ ਹਰਸ਼ਵਰਧਨ ਦੇ ਟਾਈਮ ਦੇ ਵਿੱਚ ਰਾਜੇ ਚਾਈਨਾ ਤੋਂ ਇੱਕ ਟਰੈਵਲਰ ਆਇਆ ਸੀਗਾ। ਠੀਕ ਹੈ, ਇੱਕ ਬੁੱਧਿਸਟ ਟਰੈਵਲਰ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ। ਠੀਕ ਹੈ, ਉਹ ਆਏ ਸੀ, ਉਹਨਾਂ ਦਾ ਨਾਮ ਦੱਸਣਾ ਰਾਜੇ, ਅਲਬਰੂਨੀ, ਫਾਹੀਆਨ, ਹਿਊਨਸੈਂਗ ਅਤੇ ਇਬਨ ਬਤੂਤਾ। ਰਾਜੇ ਆਪਾਂ ਨੂੰ ਅਗਰ ਪਤਾ ਤਾਂ ਦੇਖੋ ਅਲਬਰੂਨੀ ਤਾਂ ਈਰਾਨ ਤੋਂ ਆਇਆ ਸੀਗਾ। ਠੀਕ ਹੈ, ਅਤੇ ਇਬਨ ਬਤੂਤਾ ਜਿਹੜਾ ਸੀਗਾ ਉਹ ਮੋਰੱਕੋ ਤੋਂ ਆਇਆ ਸੀਗਾ, ਅਫਰੀਕਾ ਦੇ ਵਿੱਚ ਹੈ ਮੋਰੱਕੋ। ਠੀਕ ਹੈ, ਤਾਂ ਇਹ ਤਾਂ ਦੋਨੋਂ ਨਹੀਂ ਹੈਗੇ, ਤਾਂ ਇਹ ਦੋਨੋਂ ਚਾਈਨੀਜ਼ ਨੇ, ਫਾਹੀਆਨ ਅਤੇ ਹਿਊਨਸੈਂਗ, ਇਹ ਦੋਨੋਂ ਚਾਈਨੀਜ਼ ਨੇਗੇ। ਜਿਹੜਾ ਹਰਸ਼ਵਰਧਨ ਦੇ ਟਾਈਮ ਦੇ ਵਿੱਚ ਆਇਆ ਰਾਜੇ ਉਹ ਆਇਆ ਹਿਊਨਸੈਂਗ ਆਇਆ ਰਾਜੇ ਹਰਸ਼ਵਰਧਨ ਦੇ ਟਾਈਮ ਦੇ ਵਿੱਚ। ਕਿਹੜੇ ਟਾਈਮ ਪੀਰੀਅਡ ਰਾਜੇ ਆਇਆ ਇਹ ਲਗਭਗ 629 AD ਤੋਂ ਲੈ ਕੇ 645 AD ਤੱਕ। ਠੀਕ ਹੈ, 15-16 ਸਾਲ ਇਹ ਇੰਡੀਆ ਦੇ ਵਿੱਚ ਰਿਹਾ ਹੈਗਾ। 629 AD ਦੇ ਵਿੱਚ ਇਹ ਚਾਈਨਾ ਤੋਂ ਚੱਲਿਆ ਸੀਗਾ, 645 AD ਤੱਕ ਇਹ ਐਟਲੀਸਟ ਇੰਡੀਆ ਦੇ ਵਿੱਚ ਰਿਹਾ ਹੈਗਾ। ਠੀਕ ਹੈ, ਤਾਂ 15-16 ਸਾਲ ਇਹ ਇੰਡੀਆ ਦੇ ਵਿੱਚ ਰਿਹਾ ਔਰ ਹਰਸ਼ਵਰਧਨ ਦੀ ਕੋਰਟ ਦੇ ਵਿੱਚ ਕਾਫੀ ਟਾਈਮ ਰਿਹਾ। ਹਰਸ਼ਵਰਧਨ ਦੀ ਐਡਮਿਨਿਸਟ੍ਰੇਸ਼ਨ ਬਾਰੇ ਅਤੇ ਉਹਦੀ ਕੋਰਟ ਲਾਈਫ ਬਾਰੇ ਕਾਫੀ ਕੁਛ ਹਿਊਨਸੈਂਗ ਨੇ ਲਿਖਿਆ ਜਿਹੜਾ। ਠੀਕ ਹੈ, ਆਪਾਂ ਨੂੰ ਕਾਫੀ ਕੁਛ ਪਤਾ ਲੱਗਦਾ ਹੈ ਵੀ ਹਰਸ਼ਵਰਧਨ ਦੇ ਟਾਈਮ ਦੇ ਵਿੱਚ ਕੀ ਕੁਛ ਹੁੰਦਾ ਹੈ। ਠੀਕ ਹੈ, ਕਿੱਥੋਂ ਪਤਾ ਲੱਗਦਾ? ਹਿਊਨਸੈਂਗ ਦੇ ਜਿਹੜੇ ਇਹਦੀਆਂ ਕੰਪਾਈਲੇਸ਼ਨ ਨੇ, ਇਹਦੇ ਟੈਕਸਟ ਨੇ। ਠੀਕ ਹੈ ਜੀ, ਇਹਦੇ ਰਾਈਟਿੰਗਸ ਹੈਗੀਆਂ। ਜੇ ਆਪਾਂ ਫਾਹੀਆਨ ਦੀ ਗੱਲ ਕਰੀਏ ਰਾਜੇ, ਇਹ ਕਦੋਂ ਆਇਆ ਸੀਗਾ? ਇਹ ਆਇਆ ਸੀ ਚੰਦਰਗੁਪਤ II ਵਿਕਰਮਾਦਿੱਤਿਆ ਦੇ ਟਾਈਮ ਦੇ ਵਿੱਚ, ਜਿਹੜਾ ਕਿ ਸਾਡਾ ਗੁਪਤਾ ਪੀਰੀਅਡ ਦੇ ਵਿੱਚ ਲਗਭਗ 400 AD ਦੇ ਵਿੱਚ, ਲਗਭਗ 400 AD ਦੇ ਵਿੱਚ ਆਇਆ ਸੀ ਇਹ, ਅਤੇ 415 AD ਤੱਕ ਇਹ ਵੀ ਰਿਹਾ ਸੀਗਾ। ਇਹ ਵੀ ਲਗਭਗ 15-16 ਸਾਲ ਰਿਹਾ ਸੀ। ਕੌਣ? ਫਾਹੀਆਨ। ਕਿਹਦੇ ਟਾਈਮ 'ਤੇ ਆਇਆ ਸੀ ਰਾਜੇ? ਚੰਦਰਗੁਪਤ II ਵਿਕਰਮਾਦਿੱਤਿਆ। ਧਿਆਨ ਰੱਖਣਾ ਹੈ, ਇੱਕ ਹੈਗਾ ਆਪਣਾ ਚੰਦਰਗੁਪਤ ਮੌਰਿਆ। ਠੀਕ ਹੈ, ਇਹ ਤਾਂ ਮੌਰਿਅਨ ਅੰਪਾਇਰ ਦੀ ਗੱਲ ਕਰ ਰਿਹਾ, ਇਹ ਲਗਭਗ 3rd ਸੈਂਚੁਰੀ BC ਦੀ ਗੱਲ ਕਰ ਰਿਹਾ ਜਾਂ 4th ਸੈਂਚੁਰੀ BC ਬਲਕਿ। ਠੀਕ ਹੈ, 326 BC ਤੋਂ ਬਾਅਦ 326 ਜਾਂ 324 BC ਤੋਂ ਬਾਅਦ ਬਲਕਿ। ਠੀਕ ਹੈ, ਇਹ ਟਾਈਮ ਰਿਹਾ ਰਾਜੇ ਆਪਣਾ ਚੰਦਰਗੁਪਤ ਮੌਰਿਆ ਦਾ। ਠੀਕ ਹੈ, ਇਹਦਾ BC ਦੀ ਗੱਲ ਹੋ ਰਹੀ ਹੈ ਰਾਜੇ। ਠੀਕ ਹੈ, ਇੱਥੇ AD ਦੀ ਗੱਲ ਹੋ ਰਹੀ ਹੈ, ਤਾਂ ਲਗਭਗ 700-800 ਸਾਲ ਦਾ ਡਿਫਰੈਂਸ ਹੈ ਦੋਨਾਂ ਚੰਦਰਗੁਪਤ ਦੇ ਵਿੱਚ। ਤਾਂ ਫਾਹੀਆਨ ਕਦੋਂ ਆਇਆ ਰਾਜੇ? ਚੰਦਰਗੁਪਤ II ਵਿਕਰਮਾਦਿੱਤਿਆ ਦੇ ਟਾਈਮ ਦੇ ਵਿੱਚ। ਅੱਛਾ, ਚੰਦਰਗੁਪਤ ਮੌਰਿਆ ਦੇ ਟਾਈਮ ਦੇ ਵਿੱਚ ਇੱਕ ਟਰੈਵਲਰ ਆਇਆ ਸੀ ਰਾਜੇ, ਉਹਦਾ ਨਾਮ ਕੀ ਸੀ? ਮੈਗਾਸਥਨੀਜ਼।
ਇਹ ਵੀ ਕੁਐਸਚਨ ਕਈ ਵਾਰ ਆ ਜਾਂਦਾ। ਮੈਗਾਸਥਨੀਸ ਜਿਹੜਾ ਸੀਗਾ ਉਹ ਚੰਦਰਗੁਪਤ ਮੌਰਿਆ ਦੇ ਟਾਈਮ ਦਾ ਆਇਆ ਸੀ, ਮੌਰਿਅਨ ਐਮਪਾਇਰ, ਠੀਕ ਹੈ, ਜਿੱਥੋਂ ਕਿ ਅਸ਼ੋਕ ਬਿਲੋਂਗ ਕਰਦਾ ਸੀਗਾ, ਠੀਕ ਹੈ। ਇਹ ਅੰਪਾਇਰ ਤੋਂ ਜਦੋਂ ਚੰਦਰਗੁਪਤ ਮੌਰਿਆ ਦਾ ਟਾਈਮ ਸੀ ਉਦੋਂ ਮੈਗਾਸਥਨੀਸ ਆਇਆ ਸੀਗਾ, ਠੀਕ ਹੈ ਜੀ। ਅਤੇ ਚੰਦਰਗੁਪਤ ਟੂ ਵਿਕਰਮਾਦਿੱਤਿਆ ਕਦੋਂ ਆਇਆ ਸੀ ਦੇ ਟਾਈਮ ਦੇ ਵਿੱਚ ਕੌਣ ਆਇਆ ਸੀ? ਫਾਹੀਆਨ ਆਇਆ ਸੀਗਾ, ਠੀਕ ਹੈ, 400 AD ਦੇ ਵਿੱਚ, ਠੀਕ ਹੈ ਜੀ। ਇਹ ਸਾਰਾ ਕੁਝ ਕਲੀਅਰ ਹੋਣਾ ਚਾਹੀਦਾ ਆਪਣੇ। ਇਬਨ ਬਤੂਤਾ ਮੋਰੱਕੋ ਤੋਂ ਆਇਆ ਸੀ, ਅਲ ਬਰੂਨੀ ਈਰਾਨ ਤੋਂ ਆਏ ਸੀ। ਅਲ ਬਰੂਨੀ ਦੀ ਰਾਜੇ ਇੱਕ ਬੁੱਕ ਬਹੁਤ ਫੇਮਸ ਹੈਗੀ, ਕਿਤਾਬ ਅਲ ਹਿੰਦ, ਹਿੰਦ ਦੀ ਕਿਤਾਬ, ਠੀਕ ਹੈ। ਇੰਡੀਆ ਬਾਰੇ ਕਾਫੀ ਕੁਝ ਲਿਖਿਆ ਨੇ, ਮਤਲਬ ਇਹਨੂੰ ਬਲਕਿ ਫਸਟ ਇੰਡੋਲੋਜਿਸਟ ਵੀ ਕਿਹਾ ਜਾਂਦਾ ਹੈ। ਇੰਡੋਲੋਜਿਸਟ ਉਹ ਹੁੰਦਾ ਜਿਹੜਾ ਕਿ ਇੰਡੀਆ ਬਾਰੇ ਕੁਝ ਰਿਸਰਚ ਕਰਦਾ ਲਿਖਦਾ, ਠੀਕ ਹੈ, ਤਾਂ ਇਹਨੂੰ ਫਸਟ ਇੰਡੋਲੋਜਿਸਟ ਕਿਹਾ ਜਾਂਦਾ ਅਲ ਬਰੂਨੀ ਨੂੰ, ਠੀਕ ਹੈ। ਇਹਨੇ ਲਿਖੀ ਹੈ ਕਿਤਾਬ ਅਲ ਹਿੰਦ। ਚਲੋ ਥਰਡ ਕੁਐਸਚਨ ਰਾਜੇ, ਵਿਚ ਰੂਲਰਸ ਬਿਲਟ ਇਲੋਰਾ ਟੈਂਪਲਸ। ਇਲੋਰਾ ਟੈਂਪਲ ਆਪਾਂ ਨੂੰ ਪਤਾ ਰਾਜੇ ਮਹਾਰਾਸ਼ਟਰ ਦੇ ਵਿੱਚ ਇਲੋਰਾ ਕੇਵਸ ਨੇਗੀਆਂ, ਅਜੰਤਾ ਇਲੋਰਾ ਕੇਵ ਪੜ੍ਹਦੇ ਆਪਾਂ, ਹੈ ਨਾ, ਔਰੰਗਾਬਾਦ ਡਿਸਟ੍ਰਿਕਟ ਦੇ ਵਿੱਚ ਅਜੰਤਾ ਐਂਡ ਇਲੋਰਾ ਇਹ ਪੜ੍ਹਦੇ ਆਪਾਂ। ਤਾਂ ਜਿਹੜੇ ਇਲੋਰਾ ਕੇਵਸ ਨੇ ਰਾਜੇ ਕਿਹਨੇ ਬਣਾਈਆਂ ਸੀ, ਕਿਹੜੇ ਰੂਲਰਸ ਨੇ? ਚਾਲੁਕਿਆਸ ਨੇ, ਸ਼ੁੰਗਾ ਡਾਇਨੈਸਟੀ ਨੇ, ਠੀਕ ਹੈ, ਤਾਂ ਬਿਲਕੁਲ ਵੀ ਨਹੀਂ ਆ ਸਕਦਾ। ਰਾਸ਼ਟਰਕੂਟਾਸ ਨੇ, ਪੱਲਵਾਸ ਨੇ, ਠੀਕ ਹੈ। ਅਗਰ ਰਾਜੇ ਤੁਹਾਨੂੰ ਪਤਾ ਹੋਊਗਾ ਪੱਲਵਾਸ ਸਾਊਥ ਦੇ ਵਿੱਚ ਆ ਜਾਂਦੇ ਨੇ ਜ਼ਿਆਦਾ, ਠੀਕ ਹੈ। ਆਪਾਂ ਡੈਕਨ ਦੀ ਗੱਲ ਕਰ ਰਹੇ ਹਾਂ ਮਹਾਰਾਸ਼ਟਰ ਦੇ ਵਿੱਚ, ਤਾਂ ਰਾਜੇ ਇਹ ਜਿਹੜਾ ਰੀਜਨ ਸੀਗਾ ਇੱਥੇ ਸੀਗਾ ਰਾਸ਼ਟਰਕੂਟਾਸ, ਠੀਕ ਹੈ। ਰਾਸ਼ਟਰਕੂਟਾਸ ਰੂਲਰਸ ਨੇ ਰਾਜੇ ਇਲੋਰਾ ਟੈਂਪਲਸ ਬਣਵਾਏ ਸੀ ਜਾਂ ਇਲੋਰਾ ਕੇਵਸ ਬਣਵਾਈਆਂ ਸੀਗੀਆਂ, ਠੀਕ ਹੈ। ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਰਾਜੇ, ਠੀਕ ਹੈ। ਅੱਛਾ, ਇੱਕ ਇਲੋਰਾ ਕੇਵ ਬਹੁਤ ਫੇਮਸ ਹੈ ਰਾਜੇ, ਕੇਵ ਨੰਬਰ 16 ਹੈਗੀ ਹੈ, ਠੀਕ ਹੈ। ਇਹ ਇਲੋਰਾ ਟੈਂਪਲਸ ਵਿੱਚ, ਇਲੋਰਾ ਕੇਵਸ ਦੇ ਵਿੱਚ, ਜਿਹਦਾ ਨਾਮ ਕੀ ਹੈਗਾ ਰਾਜੇ? ਕੈਲਾਸ਼ਨਾਥ ਟੈਂਪਲ ਬਹੁਤ ਇੰਪੋਰਟੈਂਟ ਹੈ ਰਾਜੇ, ਠੀਕ ਹੈ। ਲਾਰਜੈਸਟ ਮੋਨੋਲਿਥਿਕ ਟੈਂਪਲ ਹੈ ਰਾਜੇ, ਜਾਂ ਲਾਰਜੈਸਟ ਮੋਨੋਲਿਥਿਕ ਇੱਕ ਬਿਲਡਿੰਗ ਹੈਗੀ ਹੈ ਜਾਂ ਟੈਂਪਲ ਹੈਗਾ, ਕੇਵ ਹੈਗੀ ਹੈ ਪੂਰੇ ਦੁਨੀਆ ਦੇ ਵਿੱਚ, ਠੀਕ ਹੈ। ਮਤਲਬ ਇੱਕ ਪੂਰੇ ਦੇ ਪੂਰੇ ਪਹਾੜ ਨੂੰ ਰਾਜੇ, ਜੇ ਪਹਾੜ ਹੈ ਇਹਨੂੰ ਤਰਾਸ਼ ਕੇ ਰਾਜੇ, ਪਹਾੜ ਕੱਟ ਕੇ ਇੱਕ ਟੈਂਪਲ ਬਣਾਇਆ ਹੋਇਆ ਰਾਜੇ ਬਹੁਤ ਵੱਡਾ, ਠੀਕ ਹੈ। ਤਾਂ ਮਤਲਬ 100 ਸਾਲ ਲੱਗੇ ਸੀ ਇਸ ਟੈਂਪਲ ਬਣਾਉਣ ਨੂੰ, ਠੀਕ ਹੈ। ਤਾਂ ਕ੍ਰਿਸ਼ਨਾ 1 ਕਰਕੇ ਰੂਲਰ ਆਉਂਦਾ ਆਪਣੇ ਕੋਲੇ, ਠੀਕ ਹੈ। ਕ੍ਰਿਸ਼ਨਾ ਰੂਲਰ ਕਰਕੇ ਆਉਂਦਾ ਰਾਸ਼ਟਰਕੂਟਾਸ ਦਾ, ਇਸ ਦਾ ਰੂਲਰ ਆਉਂਦਾ ਕ੍ਰਿਸ਼ਨਾ। ਲਗਭਗ 700 AD ਦੇ ਕਰੀਬ ਆਪਾਂ ਮੰਨ ਕੇ ਚੱਲਦੇ ਹਾਂ ਇਸ ਚੀਜ਼ ਨੂੰ, ਇਹਦਾ ਟਾਈਮ ਪੀਰੀਅਡ ਹੈ, ਠੀਕ ਹੈ। ਇਹੋ ਜਿਹਾ ਕੁਝ ਕੁਐਸਚਨ ਦੇ ਵਿੱਚ ਨਹੀਂ ਆਊਗਾ ਕਿਸ ਟਾਈਮ ਦੇ ਵਿੱਚ, ਆਪਾਂ ਨੇ ਜਸਟ ਰਫ ਆਈਡੀਆ ਦੇਖਣਾ ਹੈ ਵੀ ਕਿਸ ਟਾਈਮ ਦੇ ਵਿੱਚ, ਠੀਕ ਹੈ। ਕੋਈ ਕੁਐਸਚਨ ਪੁਆਇੰਟ ਆਫ ਵਿਊ ਤੋਂ ਨਹੀਂ ਮੈਂ ਦੱਸ ਰਿਹਾ, ਜਸਟ ਇੱਕ ਆਪਣੀ ਅੰਡਰਸਟੈਂਡਿੰਗ ਵਾਸਤੇ ਵੀ ਕਿਹੜੇ ਟਾਈਮ ਦੇ ਵਿੱਚ ਇਹ ਚੀਜ਼ ਬਣੀ ਹੈ। ਤਾਂ ਲਗਭਗ 1300-1400 ਸਾਲ ਪਹਿਲਾਂ ਜਿਹੜਾ ਇਹ ਟੈਂਪਲ ਬਣਾਇਆ ਗਿਆ ਸੀ, ਕੈਲਾਸ਼ਨਾਥ ਟੈਂਪਲ, ਠੀਕ ਹੈ। ਔਰ ਲਗਭਗ 100 ਸਾਲ ਲੱਗ ਗਏ ਸੀ। ਦੇਖੋ ਬਹੁਤ ਵੱਡਾ ਕੰਮ ਹੈ ਨਾ, ਦੇਖੋ ਪੂਰਾ ਪਹਾੜ ਤਰਾਸ਼ ਕੇ ਇੱਕ ਮੰਦਿਰ ਬਣਾਉਣਾ ਸੀਗਾ, ਤਾਂ ਕਾਫੀ ਟਾਈਮ ਲੱਗ ਗਿਆ ਸੀ, ਪੂਰਾ ਸਾਲ ਲੱਗ ਗਿਆ ਸੀ, ਪੂਰੇ 100 ਸਾਲ ਲੱਗੇ ਸੀਗੇ ਇਸ ਟੈਂਪਲ ਬਣਾਉਣ ਨੂੰ, ਠੀਕ ਹੈ। ਤਾਂ ਰੂਲਰ ਕਿਹੜੇ ਸੀ ਰਾਜੇ? ਰਾਸ਼ਟਰਕੂਟਾਸ 1, ਠੀਕ ਹੈ। ਔਰ ਰਾਸ਼ਟਰਕੂਟਾਸ ਦੇ ਵਿੱਚ ਵੀ ਕੌਣ? ਕ੍ਰਿਸ਼ਨਾ 1, ਬਲਕਿ ਕ੍ਰਿਸ਼ਨਾ 1 ਜਿਹੜਾ ਰੂਲਰ ਸੀਗਾ, ਠੀਕ ਹੈ, ਇਹਨੇ ਬਣਾਇਆ ਸੀਗਾ। ਚਲੋ ਪਾਣਿਨੀ ਰਿਸ਼ੀ ਦਾ ਨਾਮ ਰਾਜੇ ਤੁਸੀਂ ਬਹੁਤ ਸੁਣਿਆ ਹੋਊਗਾ, ਅਗਰ ਏਂਸ਼ੀਅੰਟ ਥੋੜ੍ਹੀ ਬਹੁਤ ਵੀ ਪੜ੍ਹੀ ਹੈ ਤਾਂ ਪਾਣਿਨੀ ਰਿਸ਼ੀ ਦਾ ਨਾਮ ਤੁਸੀਂ ਬਿਲਕੁਲ ਸੁਣਿਆ ਹੋਊਗਾ, ਠੀਕ ਹੈ। ਪਾਣਿਨੀ ਦ ਫਸਟ ਗ੍ਰਾਮੇਰੀਅਨ ਆਫ ਸੰਸਕ੍ਰਿਤ ਲੈਂਗੁਏਜ। ਤੁਹਾਨੂੰ ਪਤਾ ਹੈ ਪਾਣਿਨੀ ਰਿਸ਼ੀ ਨੇ ਸੰਸਕ੍ਰਿਤ ਲੈਂਗੁਏਜ ਦੀ ਜਿਹੜੀ ਗ੍ਰਾਮਰ ਲਿਖੀ ਸੀਗੀ, ਠੀਕ ਹੈ। ਸਭ ਤੋਂ ਪਹਿਲਾਂ ਗ੍ਰਾਮਰ ਇਹਨੇ ਲਿਖੀ ਸੀ, ਸੰਸਕ੍ਰਿਤ ਲੈਂਗੁਏਜ ਸੀ ਪਾਣਿਨੀ ਨੇ, ਠੀਕ ਹੈ। ਇਹ ਪੁੱਛ ਰਿਹਾ ਕਿ ਇਹ ਪਾਣਿਨੀ ਰਿਸ਼ੀ ਕਿਸ ਟਾਈਮ ਪੀਰੀਅਡ ਦੇ ਵਿੱਚ ਇੰਡੀਆ ਦੇ ਵਿੱਚ ਰਿਹਾ ਸੀਗਾ ਰਾਜੇ। ਦੇਖੋ ਪਹਿਲੀ ਗੱਲ ਤਾਂ BC ਦੇ ਵਿੱਚ ਰਿਹਾ ਸੀ, AD ਦਾ ਮਤਲਬ ਹੀ ਨਹੀਂ ਹੈਗਾ, ਕਿਉਂਕਿ ਬਿਫੋਰ ਕ੍ਰਾਈਸਟ ਸੀਗਾ ਇਹ, ਠੀਕ ਹੈ। ਪਹਿਲੀ ਗੱਲ ਤਾਂ ਇਹ ਹੋਣੀ ਚਾਹੀਦੀ ਹੈ। ਔਰ ਆਪਾਂ ਨੂੰ ਦੇਖੋ ਡਿਫਰੈਂਟ ਬੁੱਕਸ ਦੇ ਵਿੱਚ, ਡਿਫਰੈਂਟ ਸੋਰਸਿਸ ਦੇ ਵਿੱਚ ਇਹਦਾ ਟਾਈਮ ਪੀਰੀਅਡ ਥੋੜ੍ਹਾ ਜਿਹਾ ਡਿਸਪਿਊਟਡ ਹੈਗਾ ਵੀ ਕਦੋਂ ਰਿਹਾ ਸੀ ਕਦੋਂ ਨਹੀਂ ਰਿਹਾ ਸੀ। ਤਾਂ ਮਤਲਬ ਬਿਲਕੁਲ ਐਗਜ਼ੈਕਟ ਆਪਾਂ ਨੂੰ ਭਾਵੇਂ ਨਾ ਪਤਾ ਹੋਵੇ, ਬਟ ਆਪਾਂ ਨੂੰ ਰਫ ਆਈਡੀਆ ਹੋਵੇ। ਪਹਿਲੀ ਗੱਲ ਤਾਂ ਦੇਖੋ AD ਦੇ ਵਿੱਚ ਨਹੀਂ ਹੈਗਾ ਇਹ ਆਈਡੀਆ, ਆਪਾਂ ਨੂੰ ਇਹ ਚੀਜ਼ ਆਪਾਂ ਨੂੰ ਕਲੀਅਰ ਹੋਣੀ ਚਾਹੀਦੀ ਹੈ, ਠੀਕ ਹੈ। ਦੂਸਰੀ ਗੱਲ ਰਾਜੇ 2nd ਸੈਂਚੁਰੀ BC ਨਹੀਂ ਹੈਗਾ, ਨਹੀਂ, ਇਹ ਐਟਲੀਸਟ 4th ਸੈਂਚੁਰੀ BC ਤੋਂ ਪਹਿਲਾਂ, ਠੀਕ ਹੈ। ਯਾਨੀ ਕਿ 400 BC ਤੋਂ ਪਹਿਲਾਂ ਜਿਹੜੀ ਚੀਜ਼ ਇਹ ਰਹੀ ਹੈਗੀ, ਠੀਕ ਹੈ। ਤਾਂ ਆਪਾਂ ਆਪਣਾ ਆਨਸਰ ਰਾਜੇ ਆਊਗਾ 6th ਤੋਂ 5th ਸੈਂਚੁਰੀ BC, ਠੀਕ ਹੈ। ਹਾਲਾਂਕਿ ਹੋਰ ਬੁੱਕਸ ਦੇ ਵਿੱਚ, ਕਈਆਂ ਦੇ ਬੁੱਕਸ 'ਚ 4th ਸੈਂਚੁਰੀ BC ਵੀ ਲਿਖਿਆ ਹੋਇਆ ਹੈਗਾ, ਤਾਂ ਉਹ ਵੀ ਠੀਕ ਹੈਗਾ, ਬਟ ਆਪਾਂ ਨੂੰ ਰਫ ਆਈਡੀਆ ਹੋਣਾ ਚਾਹੀਦਾ ਕਿ AD ਦੇ ਵਿੱਚ ਨਹੀਂ ਹੈਗਾ ਅਤੇ 2nd ਸੈਂਚੁਰੀ BC ਤੋਂ ਪਹਿਲਾਂ ਵੀ ਨਹੀਂ ਹੈਗਾ, ਠੀਕ ਹੈ। ਉਦੋਂ ਬਾਅਦ 'ਚ ਵੀ ਨਹੀਂ ਹੈਗਾ, ਤਾਂ 4th ਸੈਂਚੁਰੀ BC ਤੋਂ ਪਹਿਲਾਂ ਰਹੇਗਾ ਜੇ ਮੈਂ ਟਾਈਮ ਲਾਈਨ ਬਣਾਵਾਂ ਇੱਥੇ, ਠੀਕ ਹੈ। ਮਤਲਬ AD ਦੇ ਵਿੱਚ ਤਾਂ ਹੈ ਹੀ ਨਹੀਂਗਾ, ਇਹ ਆ ਗਿਆ ਆਪਣਾ 0 BC ਕਹਿ ਲਓ ਜਾਂ ਫਿਰ ਕ੍ਰਾਈਸਟ ਦਾ ਬਰਥ ਕਹਿ ਲਓ ਇੱਥੇ, ਠੀਕ ਹੈ। ਇਹ ਵਾਲਾ AD ਵਾਲਾ ਆ ਗਿਆ, ਤਾਂ AD ਦੇ ਵਿੱਚ ਤਾਂ ਹੈ ਨਹੀਂ, ਬਿਲਕੁਲ ਵੀ ਨਹੀਂ ਹੈਗਾ। BC ਦੇ ਵਿੱਚ ਵੀ ਜੇ ਪੁੱਛ ਰਿਹਾ ਇੱਕ ਆਪਸ਼ਨ ਆਪਣਾ ਹੈਗਾ 2nd ਸੈਂਚੁਰੀ BC, ਠੀਕ ਹੈ। ਤਾਂ ਇਹ ਵਾਲਾ ਪੀਰੀਅਡ ਵੀ ਨਹੀਂ ਹੋ ਸਕਦਾ, ਠੀਕ ਹੈ। ਮੈਂ ਕਹਿ ਰਿਹਾ ਕਿ 4th ਸੈਂਚੁਰੀ BC ਤੋਂ ਪਹਿਲਾਂ ਹੋਊਗਾ, ਠੀਕ ਹੈ। ਇਸ ਪੀਰੀਅਡ ਤੋਂ ਪਹਿਲਾਂ ਅਗਰ ਕੋਈ ਆਪਸ਼ਨ ਦੇ ਵਿੱਚ ਆਉਂਦਾ ਤਾਂ ਆਪਣਾ ਮਾਰਕ ਕਰ ਦਾਂਗੇ, ਠੀਕ ਹੈ। ਤਾਂ ਇੱਥੇ ਹੀ ਆਊਗਾ 5th ਸੈਂਚੁਰੀ BC, ਇੱਥੇ ਆਊਗਾ 6th ਸੈਂਚੁਰੀ BC, ਠੀਕ ਹੈ। ਤਾਂ 4th ਸੈਂਚੁਰੀ ਤੋਂ ਬਾਅਦ ਵਾਲਾ ਟਾਈਮ ਪੀਰੀਅਡ ਆਪਾਂ ਨੂੰ ਕੈਂਸਲ ਕਰ ਸਕਦੇ ਹਾਂ ਵੀ ਇੱਥੇ ਨਹੀਂ ਆਊਗਾ। ਤਾਂ 4th ਤੋਂ ਪਹਿਲਾਂ ਅਗਰ ਕੋਈ ਆਪਸ਼ਨ ਦੇ ਵਿੱਚ ਆਉਂਦਾ ਤਾਂ ਆਪਾਂ ਮਾਰਕ ਕਰ ਦਾਂਗੇ ਵੀ ਹਾਂ ਉਹ ਵਾਲੇ ਪੀਰੀਅਡ ਦੇ ਵਿੱਚ ਪਾਣਿਨੀ ਰਿਸ਼ੀ ਹੈਗਾ ਸੀਗਾ, ਠੀਕ ਹੈ ਜੀ। ਇਹਨਾਂ ਦੀ ਇੱਕ ਬੁੱਕ ਬਹੁਤ ਫੇਮਸ ਹੈ ਰਾਜੇ ਲਿਖੀ ਹੋਈ, ਜਿਹੜੀ ਹੈਗੀ ਹੈ ਅਸ਼ਟ ਅਧਿਆਏ, ਬਹੁਤ ਵਾਰੀ ਪੇਪਰ ਦੇ ਵਿੱਚ ਆ ਚੁੱਕਿਆ ਰਾਜੇ, ਅਸ਼ਟ ਅਧਿਆਏ, ਠੀਕ ਹੈ। ਸਪੈਲਿੰਗ ਹੋਰ ਵੀ ਹੋ ਸਕਦੇ ਨੇ ਕੋਈ ਨਾ ਕੋਈ। ਤਾਂ ਅਸ਼ਟ ਅਧਿਆਏ ਜਿਹੜੀ ਕੀ ਹੈ ਬੁੱਕ ਇਹਨਾਂ ਨੇ ਲਿਖੀ ਸੀ ਪਾਣਿਨੀ ਰਿਸ਼ੀ ਨੇ, ਠੀਕ ਹੈ।
ठीक है जी। एक होर ऋषि आते हैं अपने को जी पतंजलि ऋषि आते हैं, ठीक है। ओबवियसली नाम तो तुसीं सुनिया ही है इन्हां दा, पतंजलि ऋषि आते हैं, ठीक है। इन्होंने भी ग्रामर के बारे थोड़ा बहुत थीसिस लिखी है या कमेंट्स लिखे ने अष्टाध्याय के उपर, ठीक है। उसका नाम की है जी महाभाष्य। महाभाष्य की गल कर रहे हैं, पतंजलि ऋषि की गल कर रहा मैं, जिन्होंने योग सूत्र भी लिखा है, जिन्होंने योग सूत्र लिखा है उन्होंने ही एक होर बुक लिखी है, एक होर टैक्सट लिखा है महाभाष्य। ये भी कितने ना कितने ग्रामर के नाल रिलेटेड हैगी है बुक ये वाली महाभाष्य, ठीक है। तो पतंजलि ने की लिखा है महाभाष्य, पाणिनि ने की लिखा है अष्टाध्याय, ये ध्यान रखना तुसीं। चलो अष्ट का मतलब की है जी 8, अध्याय का मतलब चैप्टर, 8 चैप्टर्स, ठीक है जी। वेयर डिड महात्मा बुद्ध डिलीवर्ड हिज फर्स्ट सरमन। बहुत ईजी क्वेश्चन है और बहुत ही रिपीटेड क्वेश्चन है, ठीक है। तो सानू सारों को पता कि सारनाथ के जिहड़ा की है पहला सरमन उन्होंने दिता सी, पहला अपना लैक्चर दिता सीगा किसी को भी, ठीक है, सारनाथ के विच, ठीक है। बाकी भी डिस्कस कर लैंदे आ। लुंबिनी के देखो बर्थ होया सीगा, आपां नूं पता है, ठीक है। कदों होया सी राजे 563 BC दे विच, ठीक है। बोधगया दे विच एनलाइटनमेंट हुई सीगी, ठीक है, एनलाइटनमेंट। सारनाथ के आपां हुणी पढ़िया कि फर्स्ट सरमन होया सीगा, ते कुशीनारा दे विच राजे जिहड़ा की होई सी डैथ हुई सी या महापरिनिर्वाण होया सीगा, ठीक है। कदों होया सी राजे ये 483 BC। 483 BC दे विच राजे फर्स्ट बुद्धिस्ट काउंसल भी हुई है, सेम पीरियड दे विच, सेम टाइम ईयर दे विच जो कि बुद्धा की डैथ हुई है उस ईयर दे विच फर्स्ट बुद्धिस्ट काउंसल भी हुई है। कित्थे कित्थे हुई है राजे फर्स्ट बुद्धिस्ट काउंसल, ये राजगीर दे विच, राजगीर बिहार दे विच, राजगीर जी, ठीक है जी, ये हुई है। तो कौन प्रिजाइड मतलब किने ऑर्गेनाइज की सी, ये रूलर किहड़ा सी उस टाइम ते, अजात शत्रु। मगध दे विच बेसिकली, मगध की गल कर रहे हैं आपां, मगधन जी टैरेटरी से बहुत महाजनपदा सी, मतलब बहुत ही फ्लोरिश किया इन्हें बाद में जाके। असी 16 महाजनपदास पढ़ते हैं राजे, ठीक है, 16 महाजनपदास पढ़ते हैं। वो एक महाजनपदा मगध सीगा जिहड़ा कि बहुत ज़्यादा प्रोग्रेस किया और सारे अपने आप के सब अज्यूम कर लिया 15 के 15, ठीक है। तो मगध बहुत ग्रेट एक एम्पायर रहेगा, ठीक है। उस मगध एम्पायर का एक रूलर सीगा अजात शत्रु। अजात शत्रु की जी पैट्रोनाइज के फर्स्ट बुद्धिस्ट काउंसल हुई है 483 BC के, ठीक है जी। तो अपने सारे जोड़े इंपोर्टेंट लोकेशन से बुद्धा के लाइफ के नाल कंसर्नड वो डिस्कस कर ले, ठीक है जी। जोड़ा इस क्वेश्चन का आंसर है वो अपना सारनाथ आऊगा, पहला सरमन सारनाथ के दिता, ठीक है जी। चलो, विच ऑफ द डॉक्ट्रिन्स ऑफ जैनिज्म वॉज एडिड बाय महावीर। महावीर जैन ने, महावीर स्वामी ने की है जोड़ा डॉक्ट्रिन किहड़ा एड किया रज जैनिज्म के ना 5 वॉज आते हैं, 5 कस्मां आंदियां ने, ठीक है, 5 वॉज। जिमें कि देखो डू नॉट स्पीक लाई, ठीक है, सत्य सत्य कह दें इन्हों, ऑबजर्व कॉन्टिनेंस यानी कि ब्रह्मचर्या, ब्रह्मचर्या, ठीक है। ब्रह्मचर्या तुम्हें पता की है मतलब संसारिक मोह माया तो दूर होना। डू नॉट कमिट वायलेंस, ठीक है, यानी कि अहिंसा, अहिंसा करनी है। तो डू नॉट स्टील, अस्त्य, चोरी नहीं करनी हैगी, ठीक है। एक होर अंदर जे डू नॉट अकम्यूलेट, 5 वॉज ने, डू नॉट अकोमुलेट मतलब प्रॉपर्टी नूं तुसीं या किसी होर जिहड़े रिसोर्सिस ने, मतलब धन दौलत हैगी जिहड़ी, अकोमुलेट। अपग्रह, ठीक है। ये 5 जिहड़े कस्मां आउंदियां ने राजे भी असीं ये चीज़ां करनियां ने, किसी भी जैन के उपासक ने जरूरी है भी ये चीज़ां ये चीज़ां ऑबजर्व करनियां ने, ठीक है। तो बट इन्हां 5 दे विचों राजे जिहड़ी 4 तां सीगियां ऑलरेडी सीगियां, ठीक है। जिहड़ी 5वीं सी राजे 5th सीगी वो कहा जाता कि जिहड़ी महावीर स्वामी ने ऐड किया, जिहड़े कि साडे 24th तीर्थंकर ने, 24th तीर्थंकर। महावीर जैन स्वामी जिहड़े सीगे ने आपां मनदे कि ये 24वें तीर्थंकर ने किहदे, जैन धर्म के, ठीक है। तो 5वां इन्होंने ऐड किया, वो वाला जो ऐड किया राजे वो है ब्रह्मचर्या, ऑबजर्व कॉन्टिनेंस। ये जोड़े बाकी दे 4 सी राजे अपग्रह, अस्त्य, अहिंसा ते सत्य, ये पहला ही सीगे। बट जो ब्रह्मचर्या वाला वो है कसम हैगी, ये महावीर स्वामी ने ऐड की है, जोड़े कि 24th तीर्थंकर ने, ठीक है जी। ये चीज़ क्लीयर होनी चाहिए है। पहले तीर्थंकर कौन सी राजे, ऋषभदेव, ऋषभदेव साढ़े पहले तीर्थंकर सीगे, ठीक है। और 23rd तीर्थंकर कौन सी राजे, पार्श्वनाथ, ये भी तुसीं नोट कर सकते हो। पार्श्वनाथ 23rd तीर्थंकर सीगे ते 24th अपने महावीर स्वामी सीगे, महावीर जैन। द फेमस डायलॉग बिटवीन नचिकेत एंड यम, यम मतलब यमराज, ठीक है। इन्हों के एक डायलॉग होया सी, मतलब कन्वरसेशन हुई सी दोनों के। दिस कन्वरसेशन इज़ मैंशनड इन विच उपनिषद, छंदोग्या उपनिषद, मुंडक उपनिषद, कठोपनिषद, केनोपनिषद। तुसीं राजे इन्हां तीनों का नाम अक्सर सुनिया होगा, बल्कि इन्हां दोनों का नाम तो सुनिया ही होगा, छंदोग्या उपनिषद ते मुंडक उपनिषद।
ਮੁੰਡਕ ਉਪਨਿਸ਼ਦ ਤਾਂ ਰਾਜੇ ਬਹੁਤ ਵਾਰੀ ਰਿਪੀਟਡ ਕੁਐਸਚਨ ਆਇਆ ਹੈਗਾ, ਠੀਕ ਹੈ। ਇਹ ਸਤਿਅਮੇਵ ਜਯਤੇ ਆਪਾਂ ਨੂੰ ਇਹਦੇ ਵਿੱਚੋਂ ਮਿਲਿਆ ਹੈਗਾ, ਜਿਹੜਾ ਆਪਣਾ ਮੋਟੋ ਹੈਗਾ ਐਂਬਲਮ ਦਾ ਸਤਿਅਮੇਵ ਜਯਤੇ, ਉਹ ਮੁੰਡਕ ਉਪਨਿਸ਼ਦ ਦੇ ਵਿੱਚੋਂ ਅਸੀਂ ਬੋਰੋ ਕੀਤਾ ਹੈਗਾ, ਠੀਕ ਹੈ। ਇਹ ਕੁਐਸਚਨ ਬਹੁਤ ਵਾਰੀ ਆਇਆ ਰਾਜੇ ਪੇਪਰਾਂ ਦੇ ਵਿੱਚ, ਠੀਕ ਹੈ। ਤਾਂ ਚਲੋ ਇਹ ਪਹਿਲਾਂ ਇਹ ਕੁਐਸਚਨ ਦਾ ਡਿਸਕਸ ਕਰ ਲੈਣਾ ਆਪਾਂ ਕਿ ਫੇਮਸ ਡਾਇਲੋਗ ਬਿਟਵੀਨ ਨਚਿਕੇਤ ਅਤੇ ਯਮ ਇਜ਼ ਮੈਂਸ਼ਨਡ ਇਨ, ਇਹਦਾ ਆਨਸਰ ਹੋਊਗਾ ਰਾਜੇ ਸੀ, ਕਥੋਪਨਿਸ਼ਦ। ਕਥੋਪਨਿਸ਼ਦ ਦੇ ਵਿੱਚ ਰਾਜੇ ਇਹ ਜਿਹੜਾ ਡਾਇਲੋਗ ਹੈ ਉਹ ਮੈਂਸ਼ਨਡ ਹੈਗਾ, ਠੀਕ ਹੈ। ਦੇਖੋ ਰਾਜੇ ਤੁਹਾਨੂੰ ਇੱਕ ਚੀਜ਼ ਹੋਰ ਮੈਂ ਦੱਸਾਂ, ਜਿਹੜੇ ਉਪਨਿਸ਼ਦ ਨੇ ਨਾ, ਇਹ ਉਪਨਿਸ਼ਦ ਦੇ ਵਿੱਚ ਬੇਸਿਕਲੀ ਫਿਲੋਸਫੀ ਲਿਖੀ ਹੋਈ ਹੈ, ਵੈਦਿਕ ਲਿਟਰੇਚਰ ਦਾ ਪਾਰਟ ਹੈ ਰਾਜੇ, ਵੈਦਿਕ ਲਿਟਰੇਚਰ ਦਾ ਬੇਸਿਕਲੀ ਫਿਲੋਸਫੀ ਲਿਖੀ ਹੋਈ ਹੈ ਸਾਰੀ, ਇਹਦੇ ਵਿੱਚ ਕਰੈਕਸ ਹੈਗਾ, ਠੀਕ ਹੈ। ਵੈਦਿਕ ਨੌਲੇਜ ਦੀ ਜਿੰਨੀ ਹੀ ਕਰੈਕਸ ਹੈ, ਜਿੰਨਾ ਕਿ ਮਤਲਬ ਨਿਚੋੜ ਕੱਢ ਕੇ ਆਪਾਂ ਇੱਕ ਗਾਈਡ ਬਣਾ ਲੈਣਾ, ਵੀ ਨਿਚੋੜ ਕੱਢ ਲੈਣਾ ਸਾਰੀ ਹੋਰ ਜਿਹੜੀਆਂ ਮਤਲਬ ਹੋਰ ਫਾਲਤੂ ਇੱਧਰ ਉੱਧਰ ਚੀਜ਼ਾਂ ਗੱਲਾਂ ਕੀਤੀਆਂ ਉਹਨੂੰ ਛੱਡ ਕੇ, ਜਿਹੜੀ ਕਰੈਕਸ ਪੂਰੀ ਦੀ ਪੂਰੀ ਕੰਸਾਈਜ਼ਡ ਨੌਲੇਜ, ਜਿਹੜੀ ਪੂਰੀ ਫਿਲੋਸਫੀ ਹੈ ਉਹ ਉਪਨਿਸ਼ਦ ਦੇ ਵਿੱਚ ਲਿਖੀ ਹੋਈ ਹੈ, ਠੀਕ ਹੈ। ਅਤੇ ਇਹ ਵੈਦਿਕ ਨੌਲੇਜ ਦੇ, ਵੈਦਿਕ ਲਿਟਰੇਚਰ ਦੇ ਬਿਲਕੁਲ ਐਂਡ 'ਤੇ ਲਿਖੀ ਗਈ ਹੈ ਇਹ, ਠੀਕ ਹੈ, ਐਂਡ ਤੋਂ ਹੋਈ ਹੈ। ਇਸੇ ਕਰਕੇ ਆਪਾਂ ਇਹਨੂੰ ਕਹਿੰਦੇ ਹਾਂ ਵੇਦਾਂ ਦਾ ਐਂਡ, ਵੇਦਾਂ ਦਾ ਅੰਤ, ਯਾਨੀ ਕਿ ਵੇਦਾਂਤ। ਤਾਂ ਮਤਲਬ ਵਿਦਾਂਤ ਉਪਨਿਸ਼ਦ ਨੂੰ ਅਸੀਂ ਵੇਦਾਂਤ ਵੀ ਕਹਿ ਦਿੰਦੇ ਹਾਂ, ਵੇਦਾਂ ਦੇ ਐਂਡ ਦੇ ਵਿੱਚ ਆਉਂਦਾ ਹੈ, ਔਰ ਵੈਦਿਕ ਕਰੈਕਸ ਹੈ ਪੂਰੀ ਦੀ ਪੂਰੀ ਨੌਲੇਜ, ਪੂਰੀ ਕਰੈਕਸ ਨੌਲੇਜ ਹੈ, ਇਹ ਫਿਲੋਸਫੀ ਹੈ ਵੇਦਾਂਤਾਂ ਦੇ ਵਿੱਚ ਜਾਂ ਫਿਰ ਉਪਨਿਸ਼ਦ ਦੇ ਵਿੱਚ, ਠੀਕ ਹੈ। ਇਹ ਸਾਰੇ ਉਪਨਿਸ਼ਦ ਰਾਜੇ ਮੋਸਟਲੀ ਕੀ ਨੇ, ਡਾਇਲੋਗ ਫਾਰਮ ਦੇ ਵਿੱਚ ਹੀ ਨੇਗੇ, ਠੀਕ ਹੈ। ਮਤਲਬ ਕੀ ਹੈ, ਕੋਈ ਇੱਕ ਬੰਦਾ ਐਮ ਬੰਦਾ ਇਹ ਕਹਿ ਰਿਹਾ, ਏ ਬੰਦਾ ਇਹ ਕਹਿ ਰਿਹਾ, ਐਮ ਬੰਦਾ ਇਹ ਕਹਿ ਰਿਹਾ, ਏ ਬੰਦਾ ਇਹ ਕਹਿ ਰਿਹਾ, ਤਾਂ ਮਤਲਬ ਇੱਦਾਂ ਡਾਇਲੋਗਸ ਲਿਖੇ ਹੋਏ ਨੇ, ਠੀਕ ਹੈ। ਜਿਵੇਂ ਅਸੀਂ ਕੋਈ ਪਲੇ ਪੜ੍ਹਦੇ ਆਏ ਹਾਂ, ਕੋਈ ਹੈ ਨਾ, ਜਿਵੇਂ ਡਰਾਮਾ ਪੜ੍ਹਦੇ ਹੁੰਦੇ ਹਾਂ, ਕੋਈ ਇੱਦਾਂ ਲਿਖੇ ਹੋਏ ਨੇ ਵੀ ਕੋਈ ਚੀਜ਼ ਇੱਕ ਬੰਦਾ ਚੀਜ਼ ਪੁੱਛ ਰਿਹਾ, ਇੱਕ ਬੰਦਾ ਦੱਸ ਰਿਹਾ। ਹੁਣ ਇਹਦੇ ਵਿੱਚ ਕੀ ਹੈ ਰਾਜੇ, ਯਮਾ ਜਿਹੜਾ ਹੈਗਾ ਇਹ ਹੈਗਾ ਨੋਅਰ, ਵੀ ਇਹਨੂੰ ਪਤਾ ਸਾਰੀ ਚੀਜ਼ ਦਾ, ਨੌਲੇਜ ਹੈਗੀ ਹੈ ਇਹਨੂੰ, ਅਤੇ ਨਚਿਕੇਤ ਕੀ ਹੈ, ਸੀਕਰ ਹੈਗਾ, ਠੀਕ ਹੈ। ਮਤਲਬ ਇਹ ਪੁੱਛ ਰਿਹਾ, ਸਵਾਲ ਪੁੱਛ ਰਿਹਾ, ਨਚਿਕੇਤ ਯਮਰਾਜ ਨੂੰ ਸਵਾਲ ਪੁੱਛ ਰਿਹਾ, ਯਮਰਾਜ ਉਹਦੇ ਆਨਸਰ ਕਰ ਰਿਹਾ। ਇਹੀ ਜਿਹੜਾ ਡਾਇਲੋਗ ਹੈ ਇਸ ਟੈਕਸਟ ਦੇ ਵਿੱਚ ਲਿਖਿਆ ਕਥੋਪਨਿਸ਼ਦ ਦੇ ਵਿੱਚ, ਠੀਕ ਹੈ ਜੀ। ਤਾਂ ਸਾਰੇ ਦੇ ਸਾਰੇ ਉਪਨਿਸ਼ਦ ਇੱਦਾਂ ਹੀ ਲਿਖੇ ਹੋਏ ਨੇਗੇ, ਠੀਕ ਹੈ, ਠੀਕ ਹੈ ਜੀ। ਉਪਨਿਸ਼ਦ ਬਾਰੇ ਪੜ੍ਹ ਲਿਆ ਆਪਾਂ ਨੇ ਕਿ ਇਹਨੂੰ ਵੇਦਾਂਤਾ ਕਹਿੰਦੇ ਆਪਾਂ, ਅਤੇ ਇਹਦੇ ਵਿੱਚ ਕਰੈਕਸ ਹੈ, ਪੂਰੀ ਫਿਲੋਸਫੀ ਹੈਗੀ। ਜੇ ਗੱਲ ਕਰਾਂ ਮੈਂ ਮੁੰਡਕ ਉਪਨਿਸ਼ਦ ਦੀ, ਤਾਂ ਮੈਂ ਤੁਹਾਨੂੰ ਦੱਸਿਆ ਵੀ ਸਤਿਅਮੇਵ ਜਯਤੇ, ਇਹ ਤੋਂ ਆਪਾਂ ਨੇ ਬੋਰੋ ਕੀਤਾ ਹੈ, ਠੀਕ ਹੈ। ਛੰਦੋਗਿਆ ਉਪਨਿਸ਼ਦ ਬਾਰੇ ਵੀ ਮੈਂ ਤੁਹਾਨੂੰ ਦੱਸ ਦੇਣਾ ਥੋੜ੍ਹਾ ਜਿਹਾ ਰਾਜੇ। ਇਹਦੇ ਵਿੱਚ ਕੀ ਹੈ, ਪਹਿਲੀ ਵਾਰੀ ਆਸ਼ਰਮ ਦੀ ਗੱਲ ਕੀਤੀ ਗਈ ਹੈ, ਆਸ਼ਰਮ, ਠੀਕ ਹੈ। ਜਿਵੇਂ ਆਪਣੇ ਲਾਈਫ ਦੇ ਵਿੱਚ 4 ਆਸ਼ਰਮ ਮੰਨੇ ਜਾਂਦੇ ਨੇ, ਠੀਕ ਹੈ, ਜਿਵੇਂ ਬ੍ਰਹਮਚਰਿਆ, ਠੀਕ ਹੈ, ਗ੍ਰਹਸਥ, ਠੀਕ ਹੈ ਜੀ, ਵਨਪ੍ਰਸਥ ਅਤੇ ਸੰਨਿਆਸ। ਮਤਲਬ 4 ਆਸ਼ਰਮ ਨੇ ਆਪਣੀ ਲਾਈਫ ਦੇ, ਵੀ ਪਹਿਲਾਂ ਸਾਨੂੰ ਬ੍ਰਹਮਚਰਿਆ ਫੋਲੋ ਕਰਨੀ ਚਾਹੀਦੀ ਹੈ, ਫਿਰ ਗ੍ਰਹਸਥ ਜੀਵਨ ਅਪਣਾਉਣਾ ਚਾਹੀਦਾ ਹੈ, ਠੀਕ ਹੈ, ਫਿਰ ਵਨਪ੍ਰਸਥ ਜਾਣਾ ਚਾਹੀਦਾ, ਫਿਰ ਸੰਨਿਆਸ ਲੈ ਲੈਣਾ ਚਾਹੀਦਾ। ਤਾਂ ਮਤਲਬ ਇੱਕ ਬੇਸਿਕਲੀ 25-25 ਸਾਲ ਦੇ 4 ਇੱਕ ਆਪਣੇ ਕੋਲ ਆਸ਼ਰਮ ਦਿੱਤੇ ਹੋਏ ਨੇ, ਵੀ ਹਰ 25 ਸਾਲ ਦੇ ਵਿੱਚ ਆਪਾਂ ਨੂੰ ਇਹੋ ਜਿਹਾ ਕੁਛ ਕਰਨਾ ਚਾਹੀਦਾ, ਠੀਕ ਹੈ। ਤਾਂ ਇਹ ਬੇਸਿਕਲੀ ਜਿਹੜੇ 4 ਆਸ਼ਰਮ ਨੇ ਰਾਜੇ, ਇਹ ਇੱਕ ਹੋਰ ਉਪਨਿਸ਼ਦ ਹੈ, ਜਾਬਲਾ ਉਪਨਿਸ਼ਦ। ਜਾਬਲਾ ਉਪਨਿਸ਼ਦ ਦੇ ਵਿੱਚ ਇਹ 4 ਆਸ਼ਰਮ ਮੈਂਸ਼ਨਡ ਨੇਗੇ, ਠੀਕ ਹੈ। ਬਟ ਪਹਿਲੀ ਵਾਰੀ ਜਿਹੜੇ ਆਸ਼ਰਮ ਮੈਂਸ਼ਨ ਨੇ ਉਹ ਛੰਦੋਕਿਆ ਉਪਨਿਸ਼ਦ ਦੇ ਵਿੱਚ ਨੇ। ਹਾਂ, ਇਹਦੇ ਵਿੱਚ ਸਿਰਫ 3 ਆਸ਼ਰਮ ਹੀ ਮੈਂਸ਼ਨ ਹੈਗੇ, ਠੀਕ ਹੈ, 4 ਨਹੀਂ ਹੈਗੇ। ਜਿਹੜੇ 4 ਪਹਿਲੀ ਵਾਰੀ ਮੈਂਸ਼ਨ ਨੇ ਉਹ ਜਾਬਲਾ ਉਪਨਿਸ਼ਦ ਦੇ ਨੇਗੇ, ਠੀਕ ਹੈ, ਬ੍ਰਹਮਚਰਿਆ, ਗ੍ਰਹਸਥ, ਵਨਪ੍ਰਸਥ ਅਤੇ ਸੰਨਿਆਸ, ਠੀਕ ਹੈ। ਮਤਲਬ ਵੀ ਪਹਿਲਾਂ ਤਾਂ ਦੇਖੋ ਬ੍ਰਹਮਚਾਰੀ ਹੋਣਾ ਚਾਹੀਦਾ ਬੰਦੇ ਨੂੰ, ਐਂਡ 'ਤੇ ਜਾ ਕੇ ਸੰਨਿਆਸ ਲੈ ਲੈਣਾ ਚਾਹੀਦਾ। ਤਾਂ ਇਹ ਜਿਹਾ ਕੁਛ ਜਿਹੜਾ ਕੀ ਹੈ ਜਾਬਲਾ ਉਪਨਿਸ਼ਦ ਦੇ ਵਿੱਚ ਲਿਖਿਆ, ਪਹਿਲੀ ਵਾਰੀ 4 ਆਸ਼ਰਮ ਦੀ ਗੱਲ ਕੀਤੀ ਹੈ, ਬਟ ਪਹਿਲੀ ਵਾਰੀ ਜਿਹੜੀ ਆਸ਼ਰਮ ਦੀ ਗੱਲ ਕੀਤੀ ਹੈ ਉਹ ਛੰਦੋਗਿਆ ਉਪਨਿਸ਼ਦ ਦੇ ਵਿੱਚ। ਹਾਂ, ਉਹਦੇ ਵਿੱਚ ਸਿਰਫ 3 ਆਸ਼ਰਮ ਹੀ ਗੱਲ ਕੀਤੀ ਗਈ ਹੈ, ਪਹਿਲੀ ਵਾਰੀ 4 ਦੀ ਕਿੱਥੇ ਗੱਲ ਕੀਤੀ ਗਈ ਹੈ, ਜਾਬਲਾ ਦੇ ਵਿੱਚ, ਠੀਕ ਹੈ ਜੀ। ਇਹ ਥੋੜ੍ਹਾ ਜਿਹਾ ਫਰਕ ਸੀਗਾ। ਬਾਕੀ ਇਹਦਾ ਆਨਸਰ ਰਾਜੇ ਆਪਣਾ ਆਏਗਾ ਕਥੋਪਨਿਸ਼ਦ, ਠੀਕ ਹੈ ਜੀ। ਚਲੋ ਰਾਜੇ ਜਿੰਨੀ ਵੀ ਐਡੀਸ਼ਨਲ ਇਨਫੋਰਮੇਸ਼ਨ ਦੇ ਰਿਹਾ ਸਾਰੀ ਰੈਲੇਵੈਂਟ ਦੇ ਰਿਹਾ, ਕੋਈ ਵੀ ਫਾਲਤੂ ਚੀਜ਼ ਨਹੀਂ ਦੱਸ ਰਿਹਾ, ਸਾਰੀ ਉਹੀ ਚੀਜ਼ ਦੱਸ ਰਿਹਾ ਜਿਹੜੀ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ। ਤਾਂ ਤੁਸੀਂ ਪਲੀਜ਼ ਕਾਪੀ ਪੈਨ ਲੈ ਕੇ ਬੈਠਣਾ ਹੈ। ਅੱਜ ਦੇਖੋ 3rd ਸੈਸ਼ਨ ਹੈ, ਕੋਈ ਦਿੱਕਤ ਨਹੀਂ, 7 ਸੈਸ਼ਨ ਹੋਰ ਪਏ ਨੇ, ਈਵਨ ਕਿ ਅੱਗੇ ਵੀ ਅਸੀਂ ਪੋਸੀਬਲੀ ਕੰਟੀਨਿਊ ਕਰ ਲਾਂਗੇ। ਤਾਂ ਤੁਸੀਂ ਪਲੀਜ਼ ਜਿੰਨਾ ਜ਼ਿਆਦਾ ਯੂਟੀਲਾਈਜ਼ ਕਰ ਸਕਦੇ ਹੋ ਇਸ ਸੈਸ਼ਨ ਨੂੰ ਕਰੋ, ਕਾਪੀ ਪੈਨ ਚੱਕ ਕੇ ਬੈਠਿਆ ਕਰੋ, ਲਿਖਿਆ ਕਰੋ, ਨੋਟ ਡਾਊਨ ਕਰਿਆ ਕਰੋ, ਵੀਡੀਓ ਪੋਜ਼ ਕਰੋ, ਜਿਵੇਂ ਵੀ ਮਰਜ਼ੀ ਕਰਨਾ ਉੱਦਾਂ ਕਰੋ, ਠੀਕ ਹੈ। ਨੋਟ ਕਰਨਾ ਸਾਰਾ ਕੁਛ, ਪੇਪਰ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਜਿਹੜੀਆਂ ਵੀਡੀਓਜ਼ ਬਣਾ ਰਿਹਾ। ਅੱਜ ਦਾ ਜਿਹੜਾ ਸੈਸ਼ਨ ਹੈ ਰਾਜੇ ਏਂਸ਼ੀਐਂਟ ਹਿਸਟਰੀ ਤੋਂ ਮੈंने ਲਿਆ ਹੈਗਾ, ਠੀਕ ਹੈ। ਇਸ ਤੋਂ ਪਹਿਲਾਂ ਮੈਂ ਕੀ ਕੁਛ ਕਰ ਚੁੱਕਾ ਰਾਜੇ, ਪਹਿਲਾ ਸੈਸ਼ਨ ਆਪਣੇ ਪੋਲਿਟੀ ਦਾ ਕੀਤਾ ਸੀਗਾ, ਜਿਹੜਾ ਸੈਕਿੰਡ ਸੈਸ਼ਨ 'ਚ ਆਪਣੇ ਮਾਡਰਨ ਹਿਸਟਰੀ ਦਾ ਕੀਤਾ ਸੀਗਾ, ਠੀਕ ਹੈ। ਇਹ ਵਾਲਾ 3rd ਸੈਸ਼ਨ ਜਿਹੜਾ ਏਂਸ਼ੀਐਂਟ ਦਾ ਕਰ ਰਿਹਾ, ਠੀਕ ਹੈ। ਇਸੇ ਤਰ੍ਹਾਂ ਡੇਲੀ ਜਿਹੜੇ ਕੀ ਹੈ ਮੈਂ ਡਿਫਰੈਂਟ ਸਬਜੈਕਟਸ ਲੈ ਕੇ ਆ ਰਿਹਾ, ਔਰ ਤੁਹਾਨੂੰ ਬੜੇ ਹੀ ਇੰਪੋਰਟੈਂਟ ਕੁਐਸਚਨ ਜਿਹੜੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਮੋਸਟ ਇੰਪੋਰਟੈਂਟ ਨੇ ਉਹ ਮੈਂ ਲੈ ਕੇ ਆ ਰਿਹਾ, ਔਰ ਉਹਦੇ ਨਾਲ ਹੋਰ ਐਡੀਸ਼ਨਲ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ। ਤੁਸੀਂ ਸਾਰੇ ਪਲੀਜ਼ ਨੋਟ ਡਾਊਨ ਕਰਨਾ ਹਰ ਇੱਕ ਚੀਜ਼ ਨੂੰ, ਠੀਕ ਹੈ। ਵੀਡੀਓ ਅਗਰ ਫਾਸਟ ਲੱਗਦੀ ਹੈ ਤਾਂ ਦੇਖੋ ਵੀਡੀਓ ਨੂੰ ਸਲੋ ਕਰ ਲਓ, 0.75 ਤੇ ਕਰ ਲਓ, ਅਗਰ ਸਲੋ ਲੱਗਦੀ ਹੈ ਤਾਂ ਫਾਸਟ ਕਰ ਲਓ, 1.25 ਤੇ ਕਰ ਲਓ ਜਾਂ 1.5 ਤੇ ਕਰ ਲਓ, ਜਿਵੇਂ ਤੁਸੀਂ ਕੰਫਰਟੇਬਲ ਹੋ, ਠੀਕ ਹੈ ਜੀ। ਟਾਈਮ ਵੇਸਟ ਨਹੀਂ ਹੋਣਾ ਚਾਹੀਦਾ ਬਸ ਆਪਣਾ। ਹੂ ਰੋਟ ਪੰਚਤੰਤਰ, 8th ਕੁਐਸਚਨ ਹੈ ਰਾਜੇ। ਪੰਚਤੰਤਰ ਦੀ ਆਪਾਂ ਨੂੰ ਪਤਾ ਕਹਾਣੀ ਆਪਾਂ ਸੁਣਦੇ ਹੁੰਦੇ ਹਾਂ, ਹੈ ਨਾ, ਕਿਹਨੇ ਲਿਖਿਆ ਸੀ ਰਾਜੇ, ਤਾਂ ਇਹ ਲਿਖਿਆ ਸੀ ਰਾਜੇ ਵਿਸ਼ਨੂੰ ਸ਼ਰਮਾ ਨੇ। ਬੀ ਆਨਸਰ ਆਏਗਾ, ਵਿਸ਼ਨੂੰ ਸ਼ਰਮਾ ਨੇ ਪੰਚਤੰਤਰ ਲਿਖਿਆ ਸੀ, ਠੀਕ ਹੈ ਜੀ। ਚਾਣਕਿਆ ਨੇ ਕੀ ਲਿਖਿਆ ਸੀ ਰਾਜੇ, ਆਪਣਾ ਅਰਥ ਸ਼ਾਸਤਰ ਜਾਂ ਕੌਟਲਿਆ ਕਹਿ ਸਕਦੇ ਆਪਾਂ, ਅਰਥ ਸ਼ਾਸਤਰ।
ਕਾਲੀਦਾਸ ਰਾਜੇ ਸ਼ੇਕਸਪੀਅਰ ਆਫ ਇੰਡੀਆ ਕਹਿੰਦੇ ਨੇ ਆਪਾਂ ਕਾਲੀਦਾਸ ਨੂੰ, ਠੀਕ ਹੈ। ਇਹਨਾਂ ਦੇ ਬਹੁਤ ਸਾਰੇ ਡਰਾਮਾਸ, ਪਲੇਜ਼ ਔਰ ਬਹੁਤ ਕੁਝ ਲਿਖਿਆ ਇਹਨਾਂ ਨੇ, ਠੀਕ ਹੈ। ਜਿਵੇਂ ਅਭਿਗਿਆਨ ਸ਼ਕੁੰਤਲਮ, ਠੀਕ ਹੈ, ਮਾਲਵਿਕਾ ਅਗਨੀਮਿਤਰਮ, ਠੀਕ ਹੈ। ਤਾਂ ਮਤਲਬ ਇੱਦਾਂ ਦੇ ਕਈ ਟੈਕਸਟ ਲਿਖੇ ਨੇ, ਰਿਤੂ ਸੰਹਾਰਮ, ਇੱਦਾਂ ਦੇ ਬਹੁਤ ਸਾਰੇ ਟੈਕਸਟ ਜਿਹੜੇ ਕੀ ਹੈ ਕਾਲੀਦਾਸ ਨੇ ਲਿਖਿਆ। ਦੁਬਾਰਾ ਮੈਂ ਬੋਲਦਾ ਨਾ, ਅਭਿਗਿਆਨ ਸ਼ਕੁੰਤਲਮ, ਮਾਲਵਿਕਾ ਅਗਨੀਮਿਤਰਮ, ਰਿਤੂ ਸੰਹਾਰਮ, ਠੀਕ ਹੈ। ਵਿਕਰਮ ਔਰ ਵਿਸ਼ਯਮ, ਵਿਕਰਮ ਤੇ ਉਰਵਸ਼ੀ ਦੀ ਸਟੋਰੀ ਹੈ ਇਹਦੇ ਵਿੱਚ, ਵਿਕਰਮ ਉਰਵਸ਼ੀ। ਇਹਦੇ ਵਿੱਚ ਕੀ ਹੈ, ਮਾਲਵਿਕਾ ਤੇ ਅਗਨੀਮਿਤਰ ਦੀ ਜਿਹੜੀ ਸਟੋਰੀ ਹੈ, ਠੀਕ ਹੈ ਜੀ, ਲਵ ਸਟੋਰੀ ਹੈ ਬਲਕਿ ਦੋਨਾਂ ਦੀ, ਠੀਕ ਹੈ ਜੀ। ਇਹ ਬਹੁਤ ਸਾਰੇ ਟੈਕਸਟ ਜਿਹੜੇ ਕਾਲੀਦਾਸ ਨੇ ਲਿਖੇ ਹੈਗਾ। ਤੇ ਜਿਹੜਾ ਅਭਿਗਿਆਨ ਸ਼ਕੁੰਤਲਮ ਹੈ ਰਾਜੇ, ਇਹ ਵਨ ਆਫ ਦਾ ਮੋਸਟ ਜਿਹੜਾ ਕੀ ਹੈ ਟਰਾਂਸਲੇਟਡ ਇਨ ਇੰਗਲਿਸ਼ ਹੈਗਾ, ਠੀਕ ਹੈ। ਇੱਕ ਤਾਂ ਸਾਡੀ ਭਗਵਤ ਗੀਤਾ ਹੈਗੀ ਹੈ, ਇਹ ਵੀ ਬਹੁਤ ਜ਼ਿਆਦਾ ਇੰਗਲਿਸ਼ ਦੇ ਵਿੱਚ ਟਰਾਂਸਲੇਟ ਹੋਈ ਹੈਗੀ। ਅਤੇ ਉਸ ਤੋਂ ਬਾਅਦ 'ਚੋਂ ਅਭਿਗਿਆਨ ਸ਼ਕੁੰਤਲਮ ਜਿਹੜਾ ਡਰਾਮਾ ਲਿਖਿਆ ਹੋਇਆ ਹੈ, ਇਹ ਕਾਲੀਦਾਸ ਦਾ ਲਿਖਿਆ ਹੋਇਆ, ਇਹ ਵੀ ਬਹੁਤ ਜ਼ਿਆਦਾ ਇੰਗਲਿਸ਼ ਦੇ ਵਿੱਚ ਟਰਾਂਸਲੇਟ ਹੋਇਆ। ਵਨ ਆਫ ਦਾ ਟੋਪ ਮੋਸਟ 100 ਜਿਹੜੇ ਟੈਕਸਟ ਅੱਜ ਤੱਕ ਲਿਖੇ ਗਏ ਨੇ ਪੂਰੀ ਦੁਨੀਆ ਦੇ ਵਿੱਚ, ਉਹਨਾਂ ਦੇ ਵਿੱਚੋਂ ਆਉਂਦਾ ਇਹ ਅਭਿਗਿਆਨ ਸ਼ਕੁੰਤਲਮ, ਠੀਕ ਹੈ ਜੀ। ਇੰਨਾ ਇੰਪੋਰਟੈਂਟ, ਇੰਨਾ ਕਲਾਸਿਕ ਜਿਹੜਾ ਟੈਕਸਟ ਲਿਖਿਆ ਹੋਇਆ ਹੈ ਕਾਲੀਦਾਸ ਨੇ, ਠੀਕ ਹੈ ਜੀ। ਚਲੋ, ਦ ਮੇਨ ਫੋਕਸ ਆਫ ਰਿਗਵੇਦਿਕ ਕਲਚਰ, ਰਿਗਵੇਦ ਦਾ ਟਾਈਮ ਪੀਰੀਅਡ ਕੀ ਮੰਨਦੇ ਰਾਜੇ ਆਪਾਂ, 1500 BC ਤੋਂ ਲੈ ਕੇ 1000 BC, ਠੀਕ ਹੈ। ਕਈ ਬੁੱਕਸ ਦੇ ਵਿੱਚ 100-200 BC ਇੱਧਰ ਉੱਧਰ ਹੋਊਗਾ, ਕੋਈ ਦਿੱਕਤ ਨਹੀਂ। ਕਈ ਇਹਦੇ ਵਿੱਚ 1600 BC ਵੀ ਲਿਖਿਆ ਹੋਇਆ, ਤਾਂ ਕੋਈ ਦਿੱਕਤ ਨਹੀਂ। ਬੇਸਿਕਲੀ 1500 ਤੋਂ 1000 BC ਆਪਾਂ ਮੰਨਦੇ ਹਾਂ, ਜਿਹੜਾ ਕਿ ਰਿਗਵੇਦਿਕ ਦਾ ਟਾਈਮ ਪੀਰੀਅਡ ਹੈ, ਅਤੇ ਇਹਨੂੰ ਆਪਾਂ ਅਰਲੀ ਵੈਦਿਕ ਟਾਈਮ ਵੀ ਕਹਿ ਦਿੰਦੇ ਹਾਂ, ਅਰਲੀ ਵੈਦਿਕ ਪੀਰੀਅਡ, ਠੀਕ ਹੈ। ਤਾਂ ਪੁੱਛ ਰਹੇ ਕਿ ਮੇਨ ਫੋਕਸ ਰੀਜਨ ਕੀ ਸੀਗਾ ਰਿਗਵੇਦਿਕ ਕਲਚਰ ਦਾ, ਇੰਡੋ ਗੰਗੈਟਿਕ ਵੈਲੀ, ਪੰਜਾਬ ਤੇ ਦਿੱਲੀ ਰੀਜਨ ਬਿਟਵੀਨ ਸਵਾਤ ਵੈਲੀ ਐਂਡ ਇੰਡਸ, ਠੀਕ ਹੈ। ਸਵਾਤ ਕਿੱਥੇ ਹੈ, ਅਫਗਾਨਿਸਤਾਨ ਦੇ ਵਿੱਚ, ਸਵਾਤ ਤੇ ਇੰਡਸ ਵਿੱਚ ਰੀਜਨ, ਤੇ ਇੰਡਸ ਵੈਲੀ। ਤਾਂ ਰਾਜੇ ਇਹਦਾ ਆਨਸਰ ਆਏਗਾ ਇੰਡਸ ਵੈਲੀ। ਬੇਸਿਕਲੀ ਯਾਦ ਕਿਵੇਂ ਰੱਖਣਾ ਆਪਾਂ ਨੇ, ਦੇਖੋ ਜਿਵੇਂ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਇਸ ਤੋਂ ਪਹਿਲਾਂ, ਉਦੋਂ ਬਾਅਦ 'ਚੋਂ ਕੀ ਆਇਆ ਆਪਣੇ ਕੋਲ, ਰਿਗਵੇਦਿਕ ਕਲਚਰ ਆਇਆ, ਠੀਕ ਹੈ। ਤਾਂ ਕਿਹਾ ਜਾਂਦਾ ਕਿ ਰਿਗਵੇਦਿਕ ਜਿਹੜੇ ਕਲਚਰ ਹੈਗਾ ਉਹ ਇਦੋਂ ਬਾਅਦ 'ਚ ਹੀ ਐਕਸਪੈਂਡ ਹੋਇਆ, ਠੀਕ ਹੈ। ਤਾਂ ਆਪਾਂ ਮੰਨਦੇ ਹਾਂ ਕਿ ਜਿੱਥੇ ਜਿੱਥੇ ਪਹਿਲਾਂ IBC ਸੀਗਾ, ਲਗਭਗ ਉੱਥੇ ਸੇਮ ਲੋਕੇਸ਼ਨ ਦੇ ਉੱਪਰ ਹੀ ਰਿਗਵੇਦਿਕ ਕਲਚਰ ਫਲੋਰਿਸ਼ ਕੀਤਾ ਗਿਆ, ਠੀਕ ਹੈ। ਕਿਉਂਕਿ ਹੁਣ ਇੰਡਸ ਵੈਲੀ ਸਿਵਲਾਈਜੇਸ਼ਨ ਹੈ, ਓਬਵੀਅਸਲੀ ਇੰਡਸ ਵੈਲੀ ਦੇ ਵਿੱਚ ਆਪਾਂ ਮੰਨਦੇ ਹਾਂ, ਤਾਂ ਸੇਮ ਰੀਜਨ ਦੇ ਵਿੱਚ ਰਿਗਵੇਦਿਕ ਜਿਹੜਾ ਕਲਚਰ ਹੈ ਉਹ ਫਲੋਰਿਸ਼ ਹੋਇਆ। ਤਾਂ ਇਹਦਾ ਆਨਸਰ ਆਏਗਾ ਰਾਜੇ ਇੰਡਸ ਵੈਲੀ, ਠੀਕ ਹੈ। ਤੁਹਾਨੂੰ ਮੈਂ ਥੋੜ੍ਹਾ ਪਿਕਚਰ ਦਿਖਾ ਦਿੰਦਾ। ਜਿਹੜਾ ਦੇਖੋ ਆਹ ਇੰਡਸ ਰਿਵਰ ਹੈ, ਸਿੰਧੂ ਨਦੀ ਹੈ ਇਹ, ਠੀਕ ਹੈ। ਇਹ ਸਾਰਾ ਸਿੰਧੂ ਦਾ ਬੇਸਿਨ ਹੈ, ਆ ਸਾਰਾ ਰੀਜਨ, ਠੀਕ ਹੈ। ਤਾਂ ਇਹ ਕਿਹੜਾ ਪੀਰੀਅਡ ਹੈ ਰਾਜੇ, ਅਰਲੀ ਵੈਦਿਕ ਪੀਰੀਅਡ, ਯਾਨੀ ਕਿ 1500 ਤੋਂ ਲੈ ਕੇ 1000 BC ਜਾਂ 1100 BC, ਤੁਹਾਨੂੰ ਮੈਂ ਕਿਹਾ ਸੀ 100-200 BC ਇੱਧਰ ਉੱਧਰ ਹੁੰਦਾ ਹਰ ਇੱਕ ਸੋਰਸ ਦੇ ਵਿੱਚ, ਠੀਕ ਹੈ। ਤਾਂ ਇਹ ਜਿਹੜਾ ਰਾਜੇ ਅਰਲੀ ਵੈਦਿਕ ਪੀਰੀਅਡ ਹੈ, ਰਿਗਵੇਦਿਕ ਪੀਰੀਅਡ ਹੈ, ਇੱਥੋਂ ਦੇ ਲੋਕ ਕਿੱਥੇ ਰਹਿੰਦੇ ਸੀ, ਇਹ ਕੁਐਸਚਨ ਦੇ ਵਿੱਚ ਪੁੱਛ ਰਿਹਾ। ਤਾਂ ਆਪਾਂ ਨੇ ਆਨਸਰ ਕੀਤਾ ਰਾਜੇ ਇੰਡਸ ਵੈਲੀ ਦੇ ਰੀਜਨ ਦੇ ਵਿੱਚ। ਇਹ ਸਾਰਾ ਇੰਡਸ ਵੈਲੀ ਦਾ ਰੀਜਨ ਹੈ ਰਾਜੇ, ਠੀਕ ਹੈ। ਆਪਣਾ ਦੇਖੋ ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਹੈ ਨਾ, ਇਹ ਸਾਰੀਆਂ ਰਿਵਰਸ ਨੇਗੀਆਂ, ਠੀਕ ਹੈ। ਅਤੇ ਕਿੱਥੇ ਜਾ ਰਹੀ ਹੈ, ਸਿੰਧੂ ਨਦੀ। ਇਹ ਸਾਰੀ ਜਿਹੜਾ ਰੀਜਨ ਹੈ ਇਹ ਇੰਡਸ ਵੈਲੀ ਦਾ ਰੀਜਨ ਹੈ, ਔਰ ਇਹੀ ਅਰਲੀ ਵੈਦਿਕ ਟਾਈਮ ਦਾ ਵੀ ਹੈਗਾ, ਯਾਨੀ ਕਿ ਰਿਗਵੇਦਿਕ ਟਾਈਮ ਦਾ। ਇਹੀ ਆਪਣੇ ਕੁਐਸਚਨ ਪੁੱਛ ਰਿਹਾ ਵੀ ਰਿਗਵੇਦਿਕ ਕਲਚਰ ਹੈ ਕਿਹੜੇ ਏਰੀਆ ਦੇ ਵਿੱਚ ਫਲੋਰਿਸ਼ ਹੋਇਆ, ਤਾਂ ਆਪਾਂ ਕਹਾਂਗੇ ਇੰਡਸ ਵੈਲੀ ਦੇ ਵਾਲੇ ਰੀਜਨ ਦੇ ਵਿੱਚ ਹੀ ਫਲੋਰਿਸ਼ ਹੋਇਆ, ਠੀਕ ਹੈ ਜੀ। ਚਲੋ 10th ਕੁਐਸਚਨ ਰਾਜੇ, ਵਿਚ ਇੰਡਸ ਵੈਲੀ ਸਾਈਟ ਵੁੱਡ ਯੂ ਐਸੋਸੀਏਟ ਵਿਦ ਬ੍ਰੋਂਜ਼ ਸਟੈਚੂ ਆਫ ਡਾਂਸਿੰਗ ਗਰਲ। ਬਹੁਤ ਰਿਪੀਟਡ ਕੁਐਸਚਨ ਹੈ ਰਾਜੇ, ਬਹੁਤ ਵਾਰੀ ਕੁਐਸਚਨ ਦੇ ਵਿੱਚ ਪੇਪਰਾਂ ਦੇ ਵਿੱਚ ਆ ਚੁੱਕਿਆ ਹੈ। ਡਾਂਸਿੰਗ ਗਰਲ ਦਾ ਇੱਕ ਸਟੈਚੂ ਮਿਲਿਆ ਰਾਜੇ ਆਪਾਂ ਨੂੰ ਬ੍ਰੋਂਜ਼ ਦਾ, ਠੀਕ ਹੈ। ਬ੍ਰੋਂਜ਼ ਦਾ ਸਟੈਚੂ ਮਿਲਿਆ ਡਾਂਸਿੰਗ ਗਰਲ ਦਾ, ਕਿਹੜੀ ਸਾਈਡ ਤੋਂ ਮਿਲਿਆ ਰਾਜੇ, ਭੀਮਬੇਟਕਾ ਤੋਂ ਨਹੀਂ, ਭੀਮਬੇਟਕਾ ਤਾਂ ਨਹੀਂ ਹੋ ਸਕਦਾ, ਕਾਲੀਬੰਗਨ, ਹਰੱਪਾ, ਮੋਹਨਜੋਦਾਰੋ। ਤਾਂ ਇਹਦਾ ਆਨਸਰ ਆਏਗਾ ਰਾਜੇ ਮੋਹਨਜੋਦਾਰੋ, ਠੀਕ ਹੈ। ਮੋਹਨਜੋਦਾਰੋ ਜਿਹੜੀ ਕਿ ਸਭ ਤੋਂ ਲਾਰਜੈਸਟ ਜਿਹੜੀ ਸਾਈਟ ਮਿਲੀ ਆਪਾਂ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਅੱਜ ਤੱਕ ਦੀ, ਜਿਹੜੀ ਕਿ ਪਾਕਿਸਤਾਨ ਦੇ ਵਿੱਚ ਹੈ ਪ੍ਰੈਜ਼ੈਂਟ। ਤਾਂ ਇਹ ਵਾਰੀ ਮੋਹਨਜੋਦਾਰੋ ਤੋਂ ਰਾਜੇ ਆਪਾਂ ਨੂੰ ਜਿਹੜਾ ਡਾਂਸਿੰਗ ਗਰਲ ਦਾ ਸਟੈਚੂ ਮਿਲਿਆ, ਠੀਕ ਹੈ ਜੀ। ਤਾਂ ਓਲਡੈਸਟ ਅਤੇ ਲਾਰਜੈਸਟ ਸਾਈਟ ਹੈ ਜਿਹੜੀ ਇੰਡਸ ਵੈਲੀ ਦੀ, ਉਹ ਮੋਹਨਜੋਦਾਰੋ ਹੀ ਹੈ, ਠੀਕ ਹੈ ਜੀ। ਇਹ ਦੇਖੋ, ਇਹਦਾ ਦੇਖੋ ਪਾਕਿਸਤਾਨ ਦੇ ਵਿੱਚ ਹੈ, ਹਰੱਪਾ ਵੀ ਪਾਕਿਸਤਾਨ ਦੇ ਵਿੱਚ ਹੈ, ਕਾਲੀਬੰਗਨ ਕਿੱਥੇ ਰਾਜੇ, ਰਾਜਸਥਾਨ ਦੇ ਵਿੱਚ, ਭੀਮਬੇਟਕਾ ਕਿੱਥੇ ਰਾਜੇ, MP ਦੇ ਵਿੱਚ, ਠੀਕ ਹੈ। ਭੀਮਬੇਟਕਾ ਕੇਵਸ ਆਪਾਂ ਪੜ੍ਹਦੇ ਹਾਂ, ਓਲਡੈਸਟ ਕੇਵਸ ਪੜ੍ਹਦੇ ਹੁੰਦੇ ਆਪਾਂ, ਹਾਂ। ਅਤੇ ਚਲੋ ਠੀਕ ਹੈ ਜੀ, ਇਹ ਸਾਰਾ ਕੁਛ ਸੀਗਾ। ਮੋਹਨਜੋਦਾਰੋ ਆਪਣਾ ਆਨਸਰ ਆਏਗਾ ਇਹਦਾ, ਠੀਕ ਹੈ ਰਾਜੇ। 10 ਕੁਐਸਚਨ ਤੋਂ ਬਾਅਦ ਮੈਂ ਥੋੜ੍ਹੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਰਹਾ ਹੁੰਦਾ, ਕਿਉਂਕਿ ਦੇਖੋ ਕਰੀਅਰ ਬੈਚ ਦੇ ਬਹੁਤ ਸਾਰੇ ਬੈਚਿਸ ਚੱਲ ਰਹੇ ਨੇ ਰਾਜੇ, ਠੀਕ ਹੈ। ਪੰਜਾਬ ਪੁਲਿਸ ਕਾਂਸਟੇਬਲ ਦਾ ਬੈਚ ਬਹੁਤ ਜ਼ਿਆਦਾ ਹੌਟ ਸੈਲਿੰਗ ਬੈਚ ਹੈਗਾ, ਬਹੁਤ ਲੋਕ ਪਿਆਰ ਦੇ ਰਹੇ ਨੇ ਕਾਂਸਟੇਬਲ ਬੈਚ ਨੂੰ, ਠੀਕ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਜੇਲ੍ਹ ਵਾਰਡਰ ਦਾ ਬੈਚ ਵੀ ਚੱਲ ਰਿਹਾ ਰਾਜੇ, ਠੀਕ ਹੈ। ਇਹਦੇ ਪੈਰਲਲ ਹੀ ਚੱਲ ਰਿਹਾ, ਅਤੇ ਨਾਲ ਹੀ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ SI ਦਾ ਬੈਚ ਬਹੁਤ ਜ਼ਿਆਦਾ ਇੰਪੋਰਟੈਂਟ ਬੈਚ ਹੈ ਰਾਜੇ। ਬਹੁਤ ਲੋਕਾਂ ਨੇ ਪਿਆਰ ਦਿੱਤਾ ਇਸ ਬੈਚ ਨੂੰ ਵੀ, ਠੀਕ ਹੈ। 10 ਜੂਨ ਨੂੰ ਇੱਕ ਬੈਚ ਸਟਾਰਟ ਹੋ ਚੁੱਕਾ ਰਾਜੇ, 15 ਜੂਨ ਨੂੰ ਵੀ ਅੱਜ ਬੈਚ ਜਿਹੜਾ ਸਟਾਰਟ ਹੋਇਆ ਇੱਕ, ਅਤੇ ਹੋਰ ਵੀ ਬੈਚਸ ਨਵੇਂ ਸਟਾਰਟ ਹੁੰਦੇ ਰਹਿੰਦੇ ਨੇ ਰਾਜੇ। ਤੁਸੀਂ ਜਲਦੀ ਹੀ ਜਿਹੜੇ ਤੁਸੀਂ ਹੈਲਪ ਲੈਣਾ ਚਾਹੁੰਦੇ ਹੋ ਤਾਂ ਕਰੀਅਰ ਐਜ ਨੂੰ ਐਨਰੋਲ ਕਰੋ ਰਾਜੇ, ਠੀਕ ਹੈ। ਤੁਸੀਂ ਇਸ ਨੰਬਰ 'ਤੇ ਹਮੇਸ਼ਾ ਕਾਲ ਕਰ ਸਕਦੇ ਹੋ ਕੋਈ ਵੀ ਇਨਫੋਰਮੇਸ਼ਨ ਲੈਣ ਵਾਸਤੇ, ਠੀਕ ਹੈ ਜੀ। ਚਲੋ ਮੂਵ ਔਨ ਕਰੀਏ। ਹੂ ਅਮੰਗ ਦ ਫੋਲੋਇੰਗ ਵਾਜ਼ ਅ ਸਾਤਵਾਹਨਾ ਰੂਲਰ।
ਤੁਹਾਨੂੰ ਪਤਾ ਰਾਜੇ ਸਾਤਵਾਹਨਾਸ ਕਿੱਥੇ ਹੋਏ ਸੀ, ਡੈਕਨ ਰੀਜਨ ਦੇ ਵਿੱਚ ਹੋਏ ਸੀਗੇ, ਠੀਕ ਹੈ ਜੀ। ਇੰਡੀਆ ਤਾਂ ਇਸ ਰੀਜਨ ਦੇ ਵਿੱਚ ਆਪਣੇ ਸਾਤਵਾਹਨਾਸ ਹੋਏ ਸੀਗੇ। ਔਰ ਬੇਸਿਕਲੀ ਮੌਰਿਆਨਸ ਤੋਂ ਬਾਅਦ ਜਦੋਂ ਕਿ ਮੌਰਿਅਨ ਰੂਲ ਮਤਲਬ ਖਤਮ ਹੋਣ ਲੱਗਿਆ ਸੀਗਾ, ਖਤਮ ਹੋਣ ਦੀ ਕਗਾਰ 'ਤੇ ਸੀ, ਉਦੋਂ ਇਹਨਾਂ ਨੇ ਸਾਤਵਾਹਨਾਸ ਨੇ ਸਕਸੀਡ ਕੀਤਾ ਇਸ ਰੀਜਨ ਦੇ ਵਿੱਚ, ਠੀਕ ਹੈ ਜੀ। ਤਾਂ ਸਕਸੈਸਰਸ ਆਫ ਮੌਰਿਆਨਸ ਨੇ ਇਹ, ਠੀਕ ਹੈ, ਸਿੰਪਲ ਜੀ ਗੱਲ ਹੈ। ਸਾਤਵਾਹਨਾਸ ਨੇ ਜਿਹੜੇ ਨੌਰਥ ਦੇ ਵਿੱਚ ਮੌਰਿਆਨਸ ਨੂੰ ਕਿਹਨੇ ਸਕਸੀਡ ਕੀਤਾ, ਸ਼ੁੰਗਾ ਕਨਵਾ ਨੇ। ਸ਼ੁੰਗਾ ਡਾਇਨੈਸਟੀ ਆਪਾਂ ਪੜ੍ਹਦੇ ਹਾਂ, ਪੁਸ਼ਯਮਿੱਤਰ ਸ਼ੁੰਗਾ, ਅਗਨੀਮਿੱਤਰ ਸ਼ੁੰਗਾ, ਹੈ ਨਾ, ਅਤੇ ਉਦੋਂ ਬਾਅਦ 'ਚੋਂ ਕਨਵਾਸ ਆਏ ਸੀਗੇ। ਬਟ ਡੈਕਨ ਦੇ ਵਿੱਚ ਸਾਤਵਾਹਨਾਸ ਨੇ ਇਹਨੂੰ ਮੌਰਿਆਸ ਨੂੰ ਸਕਸੀਡ ਕੀਤਾ, ਵੀ ਮੌਰਿਆਸ ਤੋਂ ਬਾਅਦ ਸਾਤਵਾਹਨਾਸ ਆਏ ਡੈਕਨ ਦੇ ਵਿੱਚ, ਠੀਕ ਹੈ ਜੀ। ਤਾਂ ਇਹਨਾਂ ਦੇ ਵਿੱਚ ਪੁੱਛ ਰਿਹਾ ਜੀ ਚਾਰਾਂ ਦੇ ਵਿੱਚੋਂ ਕਿਹੜਾ ਸਾਤਵਾਹਨਾ ਰੂਲਰ ਹੈਗਾ, ਠੀਕ ਹੈ। ਦੇਖੋ ਸਾਤਵਾਹਨਾ ਰੂਲਰ ਦੀ ਇੱਕ ਪਛਾਣ ਹੈ ਰਾਜੇ ਕਿ ਇਹਨਾਂ ਦੇ ਜਿਹੜੇ ਨੇਮਸ ਸੀਗੇ ਨਾ, ਇਹਨਾਂ ਦੇ ਨੇਮਸ ਆਪਣੀ ਮਦਰ ਦੇ ਉੱਪਰ ਬੇਸਡ ਸੀਗੇ, ਮਦਰ ਦੇ ਉੱਪਰ। ਜਿਵੇਂ ਇਹਨਾਂ ਦਾ ਸਭ ਤੋਂ ਇੰਪੋਰਟੈਂਟ ਰੂਲਰ ਸੀ ਇੱਕ ਗੌਤਮੀ ਪੁੱਤਰ ਸਾਤਕਰਨੀ, ਬਹੁਤ ਇੰਪੋਰਟੈਂਟ ਰੂਲਰ ਸੀ ਇਹਦਾ, ਇਹਨਾਂ ਦਾ ਸਭ ਤੋਂ ਇੰਪੋਰਟੈਂਟ ਰੂਲਰ ਕੀ ਮੈਂ ਕਹਾਂਗਾ ਸਾਤਵਾਹਨਾਸ ਦਾ। ਹੁਣ ਇਹਦਾ ਨਾਮ ਦੇਖੋ ਕਿਵੇਂ ਪਿਆ, ਗੌਤਮੀ ਪੁੱਤਰ, ਯਾਨੀ ਕਿ ਗੌਤਮੀ ਦਾ ਪੁੱਤਰ। ਇਹਦੀ ਮਦਰ ਦਾ ਨਾਮ ਗੌਤਮੀ ਸੀ, ਉਹਦਾ ਪੁੱਤਰ, ਅਤੇ ਗੌਤਮੀ ਪੁੱਤਰ ਸਾਤਕਰਨੀ ਇੱਕ ਇਹਦਾ ਨਾਮ ਸੀਗਾ ਸਾਤਵਾਹਨਾ ਰੂਲਰਸ ਦਾ। ਤਾਂ ਇਸੇ ਤਰ੍ਹਾਂ ਸਾਰੇ ਨਾਮ ਜਿਹੜੇ ਹੈਗੇ ਨੇ ਰਾਜੇ ਮਦਰ ਦੇ ਨਾਮ ਦੇ ਉੱਪਰ ਹੀ ਬੇਸ ਨੇਗੇ, ਠੀਕ ਹੈ। ਹੁਣ ਜੇ ਆਪਾਂ ਇੱਥੇ ਲਗਾਈਏ ਦੇਖੋ ਵਿਸ਼ਿਸ਼ਟੀ ਪੁੱਤਰ, ਠੀਕ ਹੈ, ਤਾਂ ਇਹ ਵਾਲਾ ਨਾਮ ਵੀ ਆਪਾਂ ਨੂੰ ਕੰਪੈਰੀਟਿਵਲੀ ਇਹਦੇ ਵਰਗਾ ਹੀ ਲੱਗ ਰਿਹਾ। ਤਾਂ ਆਪਣਾ ਆਨਸਰ ਰਾਜੇ ਡੀ ਆਏਗਾ, ਵਿਸ਼ਿਸ਼ਟੀ ਪੁੱਤਰ ਪੁਲੇਮਈ, ਜਿਹੜਾ ਕੀ ਹੈ ਇੱਕ ਸਾਤਵਾਹਨਾ ਰੂਲਰ ਸੀਗਾ, ਠੀਕ ਹੈ ਜੀ। ਤਾਂ ਆਪਣਾ ਇੱਕ ਅੱਗੇ ਤੋਂ ਬਸ ਤੁਸੀਂ ਧਿਆਨ ਰੱਖਣਾ ਹੈ, ਸਾਤਵਾਹਨਾ ਰੂਲਰਸ ਦੀ ਇਹੀ ਪਛਾਣ ਹੈ ਕਿ ਆਪਣੇ ਮਦਰ ਦੇ ਨਾਮ ਦੇ ਉੱਪਰ ਬੇਸਡ ਹੈ, ਉਹਨਾਂ ਦੇ ਨਾਮ ਹੁੰਦੇ ਨੇ, ਠੀਕ ਹੈ ਜੀ, ਇਹ ਚੀਜ਼ ਹੈ। ਚਲੋ 12th ਕੁਐਸਚਨ ਰਾਜੇ, ਵੇਅਰ ਡਿਡ ਲੋਰਡ ਬੁੱਧਾ ਬਰੀਥ ਹਿਜ਼ ਲਾਸਟ। ਹੁਣੀ ਪੜ੍ਹ ਕੇ ਆ ਰਾਜੇ, ਮਹਾਨਿਰਵਾਣ ਕਿੱਥੇ ਹੋਇਆ ਸੀ ਲੋਰਡ ਬੁੱਧਾ ਦਾ, ਖੁਸ਼ੀਨਾਰਾ ਦੇ ਵਿੱਚ। ਕਦੋਂ ਹੋਇਆ ਸੀ ਰਾਜੇ, 483 BC ਦੇ ਵਿੱਚ, ਠੀਕ ਹੈ ਜੀ। ਹੁਣੀ ਪੜ੍ਹਿਆ ਆਪਾਂ ਨੇ, ਠੀਕ ਹੈ, ਇਹ ਸਾਰੀ ਪੜ੍ਹਦੇ ਸੀ ਪਹਿਲੇ ਬੋਰਡ ਖਾਇਆ ਦੇ ਵਿੱਚ ਕੀ ਸੀਗਾ, ਐਨਲਾਈਟਨਮੈਂਟ। ਸਾਰਨਾਥ ਦੇ ਵਿੱਚ ਕੀ ਸੀਗਾ, ਜਿਹੜਾ ਕੀ ਹੈ ਫਸਟ ਸਰਮਨ ਹੋਇਆ ਸੀਗਾ। ਰਾਜਗੀਰ ਕੀ ਹੈ, ਫਸਟ ਜਿਹੜੀ ਮਤਲਬ ਕੈਪੀਟਲ ਸੀਗੀ ਬਲਕਿ, ਠੀਕ ਹੈ, ਜਿਹੜੀ ਕਿ ਮਗਧ ਦੇ ਰੂਲਰ ਸੀਗੀ ਰਾਜਗੀਰ। ਪੜ੍ਹਾਂਗੇ ਆਪਾਂ ਅੱਗੇ, ਸ਼ਾਇਦ ਕੁਐਸਚਨ ਰਾਜਗੀਰ ਦੇ ਬੇਸਡ ਵੀ ਆਏਗਾ, ਠੀਕ ਹੈ ਜੀ। ਕਲੀਅਰ ਹੈ ਇਹਦੇ ਵਿੱਚ ਕਿ ਕੁਸ਼ੀਨਗਰ ਦੇ ਵਿੱਚ ਜਿਹੜਾ ਕੀ ਹੈ ਮਹਾਪਰਿਨਿਰਵਾਣ, ਉਹਨਾਂ ਦੀ ਡੈਥ ਹੋਈ, ਬਰੀਥ ਹਿਜ਼ ਲਾਸਟ, ਕੌਣ, ਬੁੱਧਾ ਦੀ, ਮਹਾਤਮਾ ਬੁੱਧ। ਦ ਓਨਲੀ ਇਨਸਕ੍ਰਾਈਬਡ ਕੀ ਹੁੰਦਾ ਰਾਜੇ, ਮਤਲਬ ਖੁਦਿਆ ਹੋਇਆ। ਓਨਲੀ ਇਨਸਕ੍ਰਾਈਬਡ ਸਟੋਨ ਪੋਰਟਰੇਟ, ਸਟੋਨ ਦੀ ਮੂਰਤੀ, ਪੱਥਰ ਦੀ ਮੂਰਤੀ ਆਫ ਸਮਰਾਟ ਅਸ਼ੋਕ। ਆਪਾਂ ਨੂੰ ਸਿਰਫ ਇੱਕੋ ਹੀ ਸਟੈਚੂ ਮਿਲਦਾ ਰਾਜੇ ਅਸ਼ੋਕ ਦਾ, ਜਿਹੜਾ ਕਿ ਇਨਸਕ੍ਰਾਈਬਡ ਹੈ। ਮੰਨ ਲਓ ਆਹ ਸਟੈਚੂ ਬਣਾਇਆ ਹੋਇਆ ਹੈਗਾ, ਠੀਕ ਹੈ, ਆਹ ਸਟੈਚੂ ਬਣਾਇਆ ਔਰ ਨੀਚੇ ਲਿਖਿਆ ਹੋਇਆ ਕਿ ਅਸ਼ੋਕ, ਠੀਕ ਹੈ, ਵੀ ਅਸ਼ੋਕ ਦਾ ਸਟੈਚੂ ਹੈ ਇਹ। ਤਾਂ ਇਹ ਜਿਹਾ ਸਿਰਫ ਇੱਕੋ ਹੀ ਸਟੈਚੂ ਮਿਲਦਾ ਹੈ ਜਿਹੜਾ ਕਿ ਅਸ਼ੋਕ ਦਾ ਤਾਂ ਹੈ ਹੀ ਗਿਆ, ਅਤੇ ਨਾਲ ਹੀ ਇਨਸਕ੍ਰਾਈਬਡ ਲਿਖਿਆ ਹੋਇਆ ਵੀ ਹਾਂ ਅਸ਼ੋਕ ਦਾ ਸਟੈਚੂ ਹੈ ਇਹ, ਠੀਕ ਹੈ। ਤਾਂ ਇੱਦਾਂ ਦਾ ਇੱਕੋ ਹੀ ਸਟੈਚੂ ਮਿਲਦਾ ਹੈ। ਦ ਓਨਲੀ ਇਨਸਕ੍ਰਾਈਬਡ ਸਟੋਨ ਪੋਰਟਰੇਟ ਆਫ ਸਟੋਨ ਦਾ ਆਫ ਐਂਪਰਰ ਅਸ਼ੋਕ ਹੈਜ਼ ਬੀਨ ਫਾਊਂਡ ਐਟ। ਤਾਂ ਰਾਜੇ ਇਹ ਆਪਾਂ ਨੂੰ ਮਿਲਿਆ ਰਾਜੇ ਕਨਗਨ ਹਲੀ ਦੇ ਵਿੱਚ। ਕਨਗਨ ਹਲੀ ਦੇ ਵਿੱਚ ਰਾਜੇ ਇਹ ਆਪਾਂ ਨੂੰ ਸਟੈਚੂ ਮਿਲਦਾ ਹੈ ਅਸ਼ੋਕ ਦਾ, ਜਿਹੜਾ ਕਿ ਇਨਸਕ੍ਰਾਈਬਡ ਹੈ। ਸਿਰਫ ਇੱਕੋ ਇੱਕ ਐਸਾ ਸਟੈਚੂ ਹੈ ਰਾਜੇ, ਠੀਕ ਹੈ। ਕਿੱਥੇ ਰਾਜੇ ਕਨਗਨ ਹਲੀ, ਇਹ ਕਰਨਾਟਕ ਦੇ ਵਿੱਚ ਹੈਗਾ, ਠੀਕ ਹੈ, ਕਰਨਾਟਕ ਦੇ ਵਿੱਚ ਰਾਜੇ, ਗੁਲਬਰਗ ਡਿਸਟ੍ਰਿਕਟ ਦੇ ਵਿੱਚ, ਕਿ ਜਿਹੜਾ ਇਹ ਜਿੱਥੇ ਸਾਨੂੰ ਅਸ਼ੋਕ ਦਾ ਸਟੋਨ ਪੋਰਟਰੇਟ ਮਿਲਦਾ। ਪੋਰਟਰੇਟ ਮਤਲਬ ਇੱਕ ਸਟੈਚੂ ਤੁਸੀਂ ਸਮਝ ਸਕਦੇ ਹੋ, ਠੀਕ ਹੈ, ਜਿਹੜਾ ਕਿ ਇਨਸਕ੍ਰਾਈਬਡ ਹੈ। ਇਨਸਕ੍ਰਾਈਬਡ ਮਤਲਬ ਖੁਦੀ ਹੋਈ ਚੀਜ਼, ਠੀਕ ਹੈ, ਇਹ ਚੀਜ਼। ਬਾਕੀ ਵੀ ਦੇਖੋ ਸਾਂਚੀ ਵੀ ਜਿਹੜਾ ਹੈ, ਸਾਂਚੀ ਦੇ ਵਿੱਚ ਵੀ ਸਤੂਪਾ ਬਣਾਇਆ ਸੀ ਅਸ਼ੋਕ ਨੇ, ਅਮਰਾਵਤੀ ਦੇ ਵਿੱਚ ਵੀ ਸਤੂਪਾਸ ਬਣਾਏ ਸੀਗੇ, ਠੀਕ ਹੈ। ਅਜੰਤਾ ਦਾ ਚਲੋ ਹੋਰ ਰੂਲਰਸ ਦੇ ਨਾਲ, ਅਜੰਤਾ ਇਹਦੇ ਨਾਲ ਕੰਸਰਨਡ ਨਹੀਂ ਹੈਗਾ, ਠੀਕ ਹੈ ਜੀ। ਚਲਿਏ ਅੱਗੇ, ਟੂ ਵਿਚ ਕਿੰਗ ਬਿਲੋਂਗਸ ਦਾ ਲਾਈਨ ਕੈਪੀਟਲ ਐਟ ਸਾਰਨਾਥ। ਸਾਰਨਾਥ ਦੇ ਵਿੱਚ ਜਿਹੜੀ ਲਾਈਨ ਕੈਪੀਟਲ ਹੈ ਕਿਹੜੇ ਕਿੰਗ ਦੇ ਨਾਲ ਬਿਲੋਂਗ ਕਰਦੀ ਹੈ। ਈਜ਼ੀ ਕੁਐਸਚਨ ਹੈ ਰਾਜੇ, ਅਗੇਨ ਅਸ਼ੋਕ ਆਏਗਾ, ਠੀਕ ਹੈ। ਆਪਾਂ ਨੂੰ ਪਤਾ ਜਿਹੜਾ ਆਪਣਾ ਨੈਸ਼ਨਲ ਐਂਬਲਮ ਹੈ ਉਹ ਵੀ ਅਸ਼ੋਕ ਦੀ ਜਿਹੜੀ ਲਾਈਨ ਕੈਪੀਟਲ ਹੈ ਸਾਰਨਾਥ ਦੇ ਵਿੱਚ ਮਿਲਿਆ, ਉਹਨੂੰ ਹੀ ਅਸੀਂ ਆਪਣਾ ਨੈਸ਼ਨਲ ਐਂਬਲਮ ਬਣਾਇਆ ਹੋਇਆ, ਠੀਕ ਹੈ। ਜਿਹੜੇ 4 ਲਾਈਨਸ ਨੇਗੇ, ਤਾਂ ਉਸ ਨੂੰ ਅਸੀਂ ਆਪਣਾ ਨੈਸ਼ਨਲ ਐਂਬਲਮ ਬਣਾਇਆ ਹੋਇਆ, ਜਿਹੜਾ ਕਿ ਅਸ਼ੋਕ ਦਾ ਲਾਈਨ ਕੈਪੀਟਲ ਹੈ ਸਾਰਨਾਥ ਦੇ ਵਿੱਚ। ਈਜ਼ੀ ਕੁਐਸਚਨ ਸੀਗਾ ਰਾਜੇ, ਠੀਕ ਹੈ, ਕੋਈ ਦਿੱਕਤ ਨਹੀਂ। ਸਟੱਡੀ ਆਫ ਇਨਸਕ੍ਰਿਪਸ਼ਨ, ਹੁਣੀ ਮੈਂ ਤੁਹਾਨੂੰ ਦੱਸਿਆ ਜੀ ਇਨਸਕ੍ਰਾਈਬਡ ਕੀ ਹੁੰਦਾ, ਜਿਹੜਾ ਖੁਦਿਆ ਹੋਇਆ, ਠੀਕ ਹੈ। ਤਾਂ ਮਤਲਬ ਕੋਈ ਪੱਥਰ 'ਤੇ ਖੁਦਿਆ ਹੋਇਆ, ਕੋਈ ਪਿਲਰ 'ਤੇ ਖੁਦਿਆ ਹੋਇਆ, ਕਿਤੇ ਵੀ ਖੁਦੀ ਹੋਈ ਜਿਹੜੀ ਚੀਜ਼ ਹੈਗੀ ਹੈ ਨਾ, ਇਨਸਕ੍ਰਾਈਬਡ ਹੈ, ਉਹਨੂੰ ਆਪਾਂ ਇਨਸਕ੍ਰਿਪਸ਼ਨ ਕਹਿ ਦਿੰਦੇ ਹਾਂ ਬੇਸਿਕਲੀ। ਖੁਦਾਈ ਮਤਲਬ ਟੈਕਸਟ ਲਿਖਿਆ, ਕੋਈ ਚੀਜ਼ ਲਿਖੀ ਹੋਈ ਹੈ, ਠੀਕ ਹੈ, ਖੁਦਾਈ ਕਰਕੇ ਪੱਥਰ 'ਤੇ, ਤਾਂ ਉਹਨੂੰ ਆਪਾਂ ਇਨਸਕ੍ਰਿਪਸ਼ਨ ਕਹਾਂਗੇ। ਹੁਣ ਇਹੀ ਜਿਹੀਆਂ ਇਨਸਕ੍ਰਿਪਸ਼ਨ ਦੀ ਜਿਹੜੀ ਸਟੱਡੀ ਹੈ, ਇਹਨਾਂ ਦੀ ਪੜ੍ਹਾਈ ਹੈ, ਸਟੱਡੀ ਹੈ, ਉਹਨੂੰ ਆਪਾਂ ਇੱਕ ਨਾਮ ਦਿੰਦੇ ਹਾਂ ਰਾਜੇ, ਉਹਦਾ ਨਾਮ ਹੈ ਰਾਜੇ ਐਪੀਗ੍ਰਾਫੀ। ਸੀ ਆਪਸ਼ਨ ਆਏਗਾ ਆਨਸਰ ਇਹਦਾ, ਐਪੀਗ੍ਰਾਫੀ। ਐਪੀਗ੍ਰਾਫੀ ਇਜ਼ ਦ ਸਟੱਡੀ ਆਫ ਇਨਸਕ੍ਰਿਪਸ਼ਨਸ, ਠੀਕ ਹੈ ਜੀ, ਇਹ ਆਪਣਾ ਆਨਸਰ ਆਏਗਾ ਐਪੀਗ੍ਰਾਫੀ। ਜੇ ਮੈਂ ਗੱਲ ਕਰਾਂ ਰਾਜੇ ਨੂਮਿਸਟਮੈਟਿਕ ਦੀ, ਇਹ ਕੀ ਹੁੰਦਾ ਰਾਜੇ, ਇਹ ਕੁਆਇਨਸ ਦੀ ਸਟੱਡੀ ਹੁੰਦੀ ਹੈ, ਕੁਆਇਨਸ ਦੀ ਸਟੱਡੀ ਨੂੰ ਆਪਾਂ ਨੂਮਿਸਟਮੈਟਿਕ ਕਹਿੰਦੇ ਹਾਂ। ਆਰਕੀਓਲੋਜੀ ਤੁਹਾਨੂੰ ਪਤਾ ਹੀ ਹੈ, ਜਿਹੜੇ ਕਿ ਪੁਰਾਣੇ ਚੀਜ਼ਾਂ ਨੇ ਖੁਦਾਈ ਉਹਨਾਂ ਦੀ ਕਰਨੀ ਹੈ ਨਾ, ਜਾਂ ਮਤਲਬ ਦਬੀਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਖੁਦਾਈ ਕਰਕੇ ਸਟੱਡੀ ਕਰਨਾ, ਉਹ ਆਰਕੀਓਲੋਜੀ ਹੁੰਦੀ ਹੈ। ਪੈਲੀਓਗ੍ਰਾਫੀ ਵੀ ਰਾਜੇ ਲਗਭਗ ਇਹੀ ਚੀਜ਼ ਹੁੰਦੀ ਹੈ, ਵੀ ਜਿਹੜੀ ਮਤਲਬ ਪੁਰਾਣੀਆਂ ਟੈਕਸਟ ਲਿਖੇ ਹੋਏ ਨੇਗੇ,
ਇਨਸਕ੍ਰਿਪਸ਼ਨ ਨਹੀਂ ਹੈਗਾ ਬਲਕਿ ਹੋਰ ਕੋਈ ਟੈਕਸਟ, ਕੋਈ ਚਾਹੇ ਪੱਤਿਆਂ 'ਤੇ ਲਿਖਿਆ ਕਿਤੇ ਵੀ ਹੋਰ ਲਿਖਿਆ, ਪਾਮ ਟਰੀਜ਼ ਦੇ ਲੀਵਸ ਦੇ ਉੱਪਰ ਲਿਖਿਆ ਹੋਇਆਗਾ, ਤਾਂ ਉਹ ਜਿਹੜੀ ਲਿਖਾਈ ਦੀ ਜਿਹੜੀ ਪੈਲਿਓ ਮਤਲਬ ਓਲਡ ਲਿਖਾਈ ਦੀ ਜਿਹੜੀ ਸਟੱਡੀ ਹੈ ਉਹਨੂੰ ਅਸੀਂ ਪੈਲੋਗ੍ਰਾਫੀ ਕਹਿੰਦੇ ਹਾਂ। ਠੀਕ ਹੈ, ਤੁਸੀਂ ਐਪੀਗ੍ਰਾਫੀ ਅਤੇ ਪੈਲੋਗ੍ਰਾਫੀ ਕਨਫਿਊਜ਼ ਨਹੀਂ ਹੋਣਾ। ਪੈਲੀਓਗ੍ਰਾਫੀ ਦਾ ਕੁਐਸਚਨ ਬਹੁਤ ਘੱਟ ਆਉਂਦਾ, ਇਹਨੂੰ ਤੁਸੀਂ ਭੁੱਲ ਵੀ ਸਕਦੇ ਹੋ। ਬਸ ਐਪੀਗ੍ਰਾਫੀ ਯਾਦ ਕਰਨਾ ਹੈ। ਐਪੀਗ੍ਰਾਫੀ ਕੀ ਹੈ? ਖੁਦੀ ਹੋਈ ਹੈਂਡ ਰਾਈਟਿੰਗ ਦੀ ਸਟੱਡੀ ਕਰਨਾ, ਖੁਦੀ ਹੋਈ ਇਨਸਕ੍ਰਿਪਸ਼ਨ ਦੀ ਸਟੱਡੀ ਕਰਨਾ। ਇਨਸਕ੍ਰਿਪਸ਼ਨ ਮਤਲਬ ਖੁਦੀ ਹੋਈ, ਬਸ ਇਹ ਚੀਜ਼ ਕਰਨਾ ਵੀ ਪੱਥਰ ਦੇ ਉੱਪਰ ਖੁਦੀ ਹੋਈ। ਠੀਕ ਹੈ, ਇਨਸਕ੍ਰਾਈਬਡ, ਉਹਦੀ ਸਟੱਡੀ ਨੂੰ ਆਪਾਂ ਕਹਿੰਦੇ ਹਾਂ ਐਪੀਗ੍ਰਾਫੀ। ਠੀਕ ਹੈ ਜੀ। 16th ਕੁਐਸਚਨ, ਲੁੰਬਿਨੀ ਵਾਜ਼ ਦ ਬਰਥ ਪਲੇਸ ਆਫ ਬੁੱਧਾ ਇਜ਼ ਅਟੈਸਟਡ ਬਾਈ ਇਨਸਕ੍ਰਿਪਸ਼ਨ ਆਫ। ਰਾਜੇ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਪੜ੍ਹਿਆ ਸੀਗਾ, ਕਾਫੀ ਪਿੱਛੇ ਚਲਾ ਗਿਆ, ਹਾਂਜੀ, ਕਿ ਜਿਹੜਾ ਲੁੰਬਿਨੀ ਸੀ ਰਾਜੇ ਇਹ ਬਰਥ ਪਲੇਸ ਆਫ ਬੁੱਧਾ ਸੀ। ਆਪਣੇ ਇਹ ਚੀਜ਼ ਪੜ੍ਹੀ ਹੈਗੀ। ਠੀਕ ਹੈ, ਇਹ ਚੀਜ਼ ਆਪਣੇ ਪੜ੍ਹ ਲਈ। ਹੁਣ ਇਹ ਚੀਜ਼ ਆਪਾਂ ਨੂੰ ਪਤਾ ਕਿੱਥੋਂ ਲੱਗਦੀ ਹੈ ਰਾਜੇ? ਤਾਂ ਆਪਾਂ ਹੁਣ ਪੜ੍ਹ ਰਹੇ ਹਾਂ, ਚਲੋ ਠੀਕ ਹੈ ਵੀ ਹਾਂ ਲੁੰਬਿਨੀ ਬਰਥ ਪਲੇਸ ਆਫ ਬੁੱਧਾ ਹੈ, ਬਟ ਆਪਾਂ ਨੂੰ ਕਿੱਥੋਂ ਪਤਾ ਲੱਗ ਰਿਹਾ ਜੀ ਇਹ ਚੀਜ਼ ਕਿੱਥੋਂ ਪਤਾ ਲੱਗੀ? ਤਾਂ ਇਹ ਆਪਾਂ ਨੂੰ ਕਿਸੇ ਇਨਸਕ੍ਰਿਪਸ਼ਨ ਤੋਂ ਪਤਾ ਲੱਗਦੀ ਆ। ਅਗੇਨ ਇਨਸਕ੍ਰਿਪਸ਼ਨ ਕੀ ਹੈ ਰਾਜੇ? ਖੁਦੀ ਹੋਈ, ਮਤਲਬ ਕੋਈ ਖੁਦਾਈ ਕੀਤੀ, ਖੋਦ ਕੇ ਛੈਣੀ ਥੋੜੇ ਨਾਲ ਆਪਾਂ ਕਹਿ ਸਕਦੇ ਹਾਂ ਬੇਸਿਕਲੀ ਕਿ ਇੱਕ ਟੈਕਸਟ ਲਿਖਿਆ ਹੋਇਆ ਕਿ ਹਾਂ ਇੱਥੋਂ ਪਤਾ ਲੱਗਦਾ ਕਿ ਮਹਾਤਮਾ ਬੁੱਧ ਲੁੰਬਿਨੀ ਦੇ ਵਿੱਚ ਬੋਰਨ ਹੋਏ ਸੀਗੇ। ਠੀਕ ਹੈ, ਤਾਂ ਇਹ ਕਿਸੇ ਰਾਜੇ ਨੇ ਖੁਦਵਾਇਆ ਸੀ, ਰਾਜੇ ਨੇ ਲਿਖਵਾਇਆ ਸੀਗਾ। ਕਿਹੜੇ ਰਾਜੇ ਨੇ ਲਿਖਵਾਇਆ ਸੀ? ਤਾਂ ਅਗੇਨ ਇਹਦਾ ਵੀ ਆਨਸਰ ਆਏਗਾ ਅਸ਼ੋਕ। ਸਮਰਾਟ ਅਸ਼ੋਕ ਨੇ ਹੀ ਇਨਸਕ੍ਰਿਪਸ਼ਨ ਇਹ ਲਿਖਵਾਈ ਸੀਗੀ, ਖੁਦਾਈ ਸੀਗੀ, ਜਿਹਦੇ ਵਿੱਚ ਕੀ ਦੱਸਿਆ ਗਿਆ ਕਿ ਲੁੰਬਿਨੀ ਪਲੇਸ ਆਫ ਬਰਥ ਆਫ ਬੁੱਧਾ ਹੈਗਾ। ਠੀਕ ਹੈ, ਇਹ ਵਾਲੀ ਇਨਸਕ੍ਰਿਪਸ਼ਨ ਨੂੰ ਰਾਜੇ ਰੋਮਨ ਦੀ ਇਨਸਕ੍ਰਿਪਸ਼ਨ ਵੀ ਕਹਿ ਦਿੰਦੇ ਆਪਾਂ, ਰੋਮਨ ਦੀ ਇਨਸਕ੍ਰਿਪਸ਼ਨ ਵੀ ਕਹਿ ਦਿੰਦੇ। ਠੀਕ ਹੈ, ਸਪੈਲਿੰਗ ਹੋਰ ਹੋ ਸਕਦਾ ਹੋਰ ਹੋਣ ਇਹਦੇ, ਠੀਕ ਹੈ, ਕਈ ਜਗ੍ਹਾ 'ਤੇ, ਤਾਂ ਰੋਮਨ ਦੀ ਇਨਸਕ੍ਰਿਪਸ਼ਨ ਵੀ ਕਹਿ ਦਿੰਦੇ। ਤੁਸੀਂ ਅੱਜ ਤੋਂ ਬਾਅਦ ਯਾਦ ਕਰ ਰੱਖਣਾ ਹੈਗਾ ਕਿ ਰੋਮਨ ਦੀ ਇਨਸਕ੍ਰਿਪਸ਼ਨ ਦੇ ਵਿੱਚ ਯਾਨੀ ਕਿ ਲੁੰਬਿਨੀ ਇਨਸਕ੍ਰਿਪਸ਼ਨ ਦੇ ਵਿੱਚ ਬੇਸਿਕਲੀ ਕੀ ਦੱਸਿਆ ਗਿਆ ਵੀ ਲੁੰਬਿਨੀ ਜਿਹੜਾ ਹੈ ਦੈਟ ਇਜ਼ ਅ ਬਰਥ ਪਲੇਸ ਆਫ ਬੁੱਧਾ। ਤਾਂ ਰੋਮਨ ਦੀ ਇਨਸਕ੍ਰਿਪਸ਼ਨ ਕਿਹਦੀ ਹੈ ਰਾਜੇ? ਇਹ ਵੀ ਅਸ਼ੋਕ ਦੀ ਹੀ ਹੈਗੀ ਹੈ। ਠੀਕ ਹੈ, ਜਿਹੜੀ ਇਨਸਕ੍ਰਿਪਸ਼ਨ ਦੇ ਵਿੱਚ ਦੱਸਿਆ ਗਿਆ ਕਿ ਲੁੰਬਿਨੀ ਬਰਥ ਪਲੇਸ ਆਫ ਬੁੱਧਾ ਹੈਗਾ। ਠੀਕ ਹੈ, ਔਰ ਇੱਕ ਚੀਜ਼ ਹੋਰ ਰਾਜੇ, ਇਹ ਇਨਸਕ੍ਰਿਪਸ਼ਨ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕਿਉਂਕਿ ਲੁੰਬਿਨੀ ਪਲੇਸ ਆਫ ਬਰਥ ਆਫ ਬੁੱਧਾ ਹੈਗੀ ਹੈ ਤਾਂ ਲੁੰਬਿਨੀ ਨੂੰ ਟੈਕਸਿਸ ਤੋਂ ਫ੍ਰੀ ਕੀਤਾ ਗਿਆ ਸੀ, ਟੈਕਸਿਸ ਤੋਂ ਐਗਜ਼ੈਂਪਟ ਕੀਤਾ ਗਿਆ ਸੀ, ਐਗਜ਼ੈਂਪਸ਼ਨ, ਟੈਕਸ ਐਗਜ਼ੈਂਪਸ਼ਨ ਦਿੱਤੀ ਗਈ ਸੀ ਕਿਉਂਕਿ ਇਹ ਬਰਥ ਪਲੇਸ ਆਫ ਬੁੱਧਾ ਸੀਗਾ, ਕਿਉਂਕਿ ਅਸ਼ੋਕ ਆਪ ਵੀ ਬੁੱਧ ਧਰਮ ਦਾ ਉਪਾਸਕ ਬਣ ਗਿਆ ਸੀਗਾ। ਠੀਕ ਹੈ, ਤਾਂ ਕਿਉਂਕਿ ਜਦੋਂ ਲੁੰਬਿਨੀ ਬਰਥ ਪਲੇਸ ਆਫ ਬੁੱਧਾ ਹੈਗਾ ਤਾਂ ਇਸ ਪਿੰਡ ਨੂੰ, ਇਸ ਸ਼ਹਿਰ ਨੂੰ ਜੋ ਵੀ ਆਪਾਂ ਕਹਾਂਗੇ ਟੈਕਸ ਐਗਜ਼ੈਂਪਸ਼ਨ ਦੇ ਦਿੱਤੀ ਸੀਗੀ। ਠੀਕ ਹੈ, ਤਾਂ ਕੁਐਸਚਨ ਇਹ ਵੀ ਬਹੁਤ ਵਾਰੀ ਆਉਂਦਾ ਹੈਗਾ ਕਿ ਕਿਹੜੀ ਇਨਸਕ੍ਰਿਪਸ਼ਨ ਦੇ ਵਿੱਚ ਟੈਕਸ ਐਗਜ਼ੈਂਪਸ਼ਨ ਦੀ ਗੱਲ ਕੀਤੀ ਗਈ ਹੈ, ਤਾਂ ਆਪਣਾ ਉਹ ਵੀ ਆਨਸਰ ਆਏਗਾ ਰੋਮਨ ਦਾ ਇਨਸਕ੍ਰਿਪਸ਼ਨ ਜਾਂ ਫਿਰ ਲੁੰਬਿਨੀ ਇਨਸਕ੍ਰਿਪਸ਼ਨ, ਦੋਨੋਂ ਹੀ ਕੁਝ ਵੀ ਜਿਹੜਾ ਆ ਸਕਦਾ ਹੈ ਆਪਸ਼ਨ। ਠੀਕ ਹੈ, ਦੋਨੋਂ ਹੀ ਠੀਕ ਨੇਗੇ, ਰੋਮਨ ਦੀ ਇਨਸਕ੍ਰਿਪਸ਼ਨ ਜਾਂ ਫਿਰ ਲੁੰਬਿਨੀ ਇਨਸਕ੍ਰਿਪਸ਼ਨ। ਠੀਕ ਹੈ ਜੀ, ਨੈਕਸਟ ਮੂਵ ਔਨ ਕਰੀਏ। ਤਾਂ ਇਸ ਇਨਸਕ੍ਰਿਪਸ਼ਨ ਦੇ ਵਿੱਚ ਦੋਨੋਂ ਚੀਜ਼ਾਂ ਨੇ ਰਾਜੇ। ਠੀਕ ਹੈ, ਇੱਕ ਤਾਂ ਦੇਖੋ ਬੁੱਧਾ ਦਾ ਬਰਥ ਪਲੇਸ, ਇੱਕ ਟੈਕਸ ਐਗਜ਼ੈਂਪਸ਼ਨ, ਤਾਂ ਦੋਨੋਂ ਹੀ ਆਪਸ਼ਨ ਠੀਕ ਨੇਗੇ। ਚਲੋ 17th ਕੁਐਸਚਨ ਰਾਜੇ, ਵਿਚ ਵਾਜ਼ ਦ ਫਰਸਟ ਕੈਪੀਟਲ ਆਫ ਮਗਧ। ਤੁਹਾਨੂੰ ਮੈਂ ਦੱਸਿਆ ਰਾਜੇ ਮਗਧ ਜਿਹੜਾ ਸੀਗਾ ਵਨ ਆਫ ਦ 16 ਮਹਾਜਨਪਦਾਸ ਸੀਗਾ, 16 ਮਹਾਜਨਪਦਾਸ ਸੀਗੇ ਟੋਟਲ। ਠੀਕ ਹੈ, ਲੇਟਰ ਵੇਦੀ ਕੇਸ ਤੋਂ ਬਾਅਦ ਅਤੇ ਇੱਕ ਜਿਹੜਾ ਮਗਧ ਸੀਗਾ ਇਹ ਜ਼ਿਆਦਾ ਫਲੋਰਿਸ਼ ਕੀਤਾ। ਠੀਕ ਹੈ, ਇਹਨੇ ਸਾਰਿਆਂ ਨੂੰ ਸਬਜ਼ਿਊਮ ਕਰ ਲਿਆ ਸੀ ਆਪਣੇ ਅੰਦਰ ਹੀ। ਠੀਕ ਹੈ, ਅਤੇ ਸਭ ਤੋਂ ਪਹਿਲੀ ਜਿਹੜੀ ਕੈਪੀਟਲ ਸੀ ਮਗਧ ਦੀ ਉਹ ਕਿਹੜੀ ਸੀ ਰਾਜੇ? ਤਾਂ ਉਹਦਾ ਆਨਸਰ ਆਏਗਾ ਰਾਜੇ ਗਰੀਵ ਰਾਜ ਜਾਂ ਫਿਰ ਰਾਜਗ੍ਰਹਿ, ਦੋਨਾਂ ਦਾ ਇੱਕ ਹੀ ਗੱਲ ਹੈ ਰਾਜੇ, ਇੱਕੋ ਹੀ ਮਤਲਬ ਹੈ। ਜਾਂ ਫਿਰ ਵਾਸ਼ੂਮਤੀ ਵੀ ਕਹਿ ਦਿੰਦੇ ਆਪਾਂ ਕਈ ਵਾਰੀ, ਵਾਸ਼ੂਮਤੀ। ਇਹ ਤਿੰਨ ਨਾਮ ਆਉਂਦੇ ਨੇ ਰਾਜੇ ਜਿਹੜੀ ਕਿ ਫਰਸਟ ਕੈਪੀਟਲ ਆਫ ਮਗਧ। ਮਗਧ ਇੱਕ ਦੇਖੋ ਕਿੱਥੇ ਜਾਊਗਾ ਮਗਧ, ਇੱਥੇ ਬਿਹਾਰ ਦਾ ਇਲਾਕਾ ਆਊਗਾ ਮਗਧ। ਠੀਕ ਹੈ, ਬਿਹਾਰ ਉੜੀਸਾ ਦਾ ਇਲਾਕਾ ਥੋੜ੍ਹਾ ਜਿਹਾ ਜਿਹੜਾ ਉਹਨੂੰ ਮਗਧ ਕਹਿੰਦੇ ਆਪਾਂ। ਠੀਕ ਹੈ, ਅਤੇ ਪਹਿਲੀ ਜਿਹੜੀ ਕੈਪੀਟਲ ਸੀ ਰਾਜ ਗਰੀਵ ਰਾਜ ਸੀ। ਦੇਖੋ ਗਿਰੀ ਦਾ ਮਤਲਬ ਕੀ ਹੈ? ਪਹਾੜ, ਗਿਰੀ ਦਾ ਮਤਲਬ ਪਹਾੜ ਹੈਗਾ। ਠੀਕ ਹੈ, ਜਿਵੇਂ ਗੋਵਰਧਨ ਦੇ ਵਿੱਚ ਗਿਰੀ ਰਾਜ ਕਹਿੰਦੇ ਨੇ, ਗੋਵਰਧਨ ਪਰਬਤ ਨੂੰ ਗਿਰੀ ਰਾਜ ਵੀ ਕਹਿੰਦੇ ਨੇ, ਵੀ ਪਹਾੜਾਂ ਦਾ ਰਾਜਾ ਗਿਰੀਵ ਰਾਜ। ਠੀਕ ਹੈ, ਉਸੇ ਤਰ੍ਹਾਂ ਮਗਧ ਦੇ ਵਿੱਚ ਗਰੀਵ ਰਾਜ ਹੈ ਕਿਉਂਕਿ ਜਿਹੜਾ ਇਹ ਇਲਾਕਾ ਰਾਜੇ ਇਹ 5 ਪਹਾੜੀਆਂ ਦੇ ਨਾਲ ਘਿਰਿਆ ਹੋਇਆ ਹੈਗਾ। ਠੀਕ ਹੈ, ਤਾਂ ਇਹਨੂੰ ਪੈਨੀਟਰੇਟ ਕਰਨਾ ਬਹੁਤ ਮੁਸ਼ਕਿਲ ਹੈ, ਅਗਰ ਕੋਈ ਇਹ 'ਤੇ ਹਮਲਾ ਕਰਨਾ ਚਾਹੁੰਦਾ ਹੈ ਬਹੁਤ ਮੁਸ਼ਕਿਲ ਹੈ, ਬਿਕੋਜ਼ ਆਸੇ ਆਲੇ ਦੁਆਲੇ 5 ਪਹਾੜੀਆਂ ਨੇਗੀਆਂ, ਇਸੇ ਕਰਕੇ ਇਹਨੂੰ ਗਰੀਵ ਰਾਜ ਦਾ ਨਾਮ ਰੱਖਿਆ ਗਿਆ ਜਾਂ ਫਿਰ ਰਾਜਗ੍ਰਹਿ। ਠੀਕ ਹੈ, ਜਾਂ ਫਿਰ ਵਾਸ਼ੂਮਤੀ। ਠੀਕ ਹੈ ਜੀ, ਇਹ ਨਾਮ ਰੱਖੇ ਗਏ। ਅੱਛਾ ਜੀ, ਉਸ ਤੋਂ ਬਾਅਦ 'ਚ ਆਪਣੇ ਕੋਲ ਪਾਟਲੀਪੁੱਤਰ ਆਉਂਦਾ ਰਾਜੇ। ਠੀਕ ਹੈ, ਪਹਿਲੀ ਕੈਪੀਟਲ ਤਾਂ ਦੇਖੋ ਗਰੀਵ ਰਾਜ ਸੀਗੀ ਕਿਹਦੀ? ਮਗਧ ਦੀ। ਉਦੋਂ ਬਾਅਦ 'ਚੋਂ ਰਾਜੇ ਜਿਹੜੀ ਜ਼ਿਆਦਾ ਫੇਮਸ ਕੈਪੀਟਲ ਹੈ ਉਹ ਪਾਟਲੀਪੁੱਤਰ ਹੈ, ਪਟਨਾ, ਜਿਹੜਾ ਪਟਨਾ ਆਪਣਾ ਉਹ ਪਾਟਲੀਪੁੱਤਰ ਸੀ ਪਹਿਲਾਂ, ਅਤੇ ਇਹ ਜ਼ਿਆਦਾ ਇੰਪੋਰਟੈਂਟ ਕੈਪੀਟਲ ਹੈਗੀ ਹੈ। ਠੀਕ ਹੈ, ਇਹ ਕਿਹਨੇ ਬਣਾਈ ਰਾਜੇ? ਉਦੈਦਿਨ ਨੇ। ਉਦੈਦਿਨ ਨੇ ਕੀ ਕੀਤਾ? ਕੈਪੀਟਲ ਆਪਣੀ ਵਾਸ਼ੂਮਤੀ ਤੋਂ ਚੱਕ ਕੇ ਪਾਟਲੀਪੁੱਤਰ ਲੈ ਗਿਆ ਸੀਗਾ। ਠੀਕ ਹੈ, ਤਾਂ ਇਹ ਇਹਦੀ ਵੱਡੀ ਕੰਟਰੀਬਿਊਸ਼ਨ ਹੈਗੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪਾਟਲੀਪੁੱਤਰ ਹੀ ਬਹੁਤ ਇੱਕ ਇੰਪੋਰਟੈਂਟ ਜਿਹੜੀ ਕੀ ਹੈ ਕੈਪੀਟਲ ਬਣ ਕੇ ਰਹੀ ਸਾਰੇ ਦੇ ਸਾਰੇ ਮਗਧ ਐਮਪਾਇਰ ਵਾਸਤੇ। ਠੀਕ ਹੈ, ਡਾਇਨੈਸਟੀਜ਼ ਚੇਂਜ ਹੁੰਦੀਆਂ ਗਈਆਂ ਬਟ ਕੈਪੀਟਲ ਪਾਟਲੀਪੁੱਤਰ ਹੀ ਰਹੀ ਸਾਰਿਆਂ ਦੀ। ਠੀਕ ਹੈ, ਮੋਸਟਲੀ। ਤਾਂ ਇਹ ਜਿਹੜੀ ਕੈਪੀਟਲ ਪਹਿਲੀ ਵਾਰ ਕਿਹਨੇ ਚੇਂਜ ਕੀਤੀ? ਉਦੈਦਿਨ ਨੇ। ਠੀਕ ਹੈ, ਇਹ ਵੀ ਇੰਪੋਰਟੈਂਟ ਹੈ ਜੀ। ਚਲੋ
ਕਾਸਟ ਸਿਸਟਮ ਇਨ ਇੰਡੀਆ ਵਾਜ਼ ਰਾਈਟ ਫਰੋਮ ਵੈਰੀ ਇੰਡੀਆ ਦੇ ਵਿੱਚ ਰਾਜੇ ਜਿਹੜਾ ਜਾਤੀ ਪ੍ਰਥਾ ਹੈ, ਕਾਸਟ ਸਿਸਟਮ ਹੈ, ਉਹਦੇ ਬਾਰੇ ਗੱਲ ਕਰ ਰਿਹਾ ਕਿ ਦੈਟ ਵਾਜ਼ ਰਾਈਟ ਫਰੋਮ ਦ ਵੈਰੀ ਬਿਗਨਿੰਗ। ਜਦੋਂ ਦੀ ਸਾਡਾ ਦੇਸ਼ ਬਣਿਆ ਜਾਂ ਮਤਲਬ ਜੋ ਅਸੀਂ ਬਣੇ ਹਾਂ, ਠੀਕ ਹੈ, ਅਸੀਂ ਆਏ ਹਾਂ, ਉਦੋਂ ਦਾ ਕਾਸਟ ਸਿਸਟਮ ਹੈਗਾ ਕਿ ਇਹ ਚੀਜ਼ ਪੋਸੀਬਲ ਹੈ, ਬਿਲਕੁਲ ਵੀ ਅਬਸਰਡ ਸਟੇਟਮੈਂਟ ਹੈ, ਕੋਈ ਮਤਲਬ ਨਹੀਂ ਬਣਦਾ ਇਸ ਚੀਜ਼ ਦਾ। ਕਾਸਟ ਸਿਸਟਮ ਵਾਜ਼ ਰਿਜਿਡ ਡਿਊਰਿੰਗ ਇੰਡਸ ਵੈਲੀ ਪੀਰੀਅਡ। ਜਿਹੜੀ ਸਾਡੀ ਸਿੰਧੂ ਘਾਟੀ ਦੀ ਸੱਭਿਅਤਾ ਰਾਜੇ, ਸਾਡੇ ਹਰਪਨ ਸਿਵਲਾਈਜੇਸ਼ਨ ਹੈ, ਕਿ ਉਸ ਦੇ ਵਿੱਚ ਕਾਸਟ ਸਿਸਟਮ ਹੈਗਾ ਸੀ? ਨਹੀਂ, ਬਿਲਕੁਲ ਵੀ ਨਹੀਂ। ਉਹ ਤਾਂ ਬਲਕਿ ਇਗੈਲੀਟੇਰੀਅਨ ਸੀਗੇ ਸਾਰੇ। ਇਗੈਲੀਟੇਰੀਅਨ ਕੀ ਹੁੰਦਾ ਰਾਜੇ? ਇਕੁਅਲ ਸੀਗੇ, ਠੀਕ ਹੈ। ਉਹਦੇ ਵਿੱਚ ਮਤਲਬ ਊਚ ਨੀਚ ਬਹੁਤ ਘੱਟ ਸੀ, ਹੈਗੀ ਸੀ ਬਟ ਬਹੁਤ ਘੱਟ ਸੀਗੀ, ਠੀਕ ਹੈ। ਕਲਾਸ ਡਿਵਾਈਡ ਜ਼ਰੂਰ ਸੀਗਾ, ਜਿਹੜੇ ਅਮੀਰ ਗਰੀਬ ਲੋਕ ਜ਼ਰੂਰ ਸੀਗੇ, ਬਟ ਕਲਾਸ ਡਿਵਾਈਡ ਨਹੀਂ ਸੀਗਾ। ਜਿਹੜੀ ਕਾਸਟ ਸਿਸਟਮ ਉਹ ਨਹੀਂ ਸੀਗਾ, ਠੀਕ ਹੈ। ਕਾਸਟ ਡਿਵਾਈਡ ਨਹੀਂ ਸੀਗਾ, ਕਾਸਟ ਸਿਸਟਮ ਕੋਈ ਨਹੀਂ ਸੀ, ਜਾਤ ਪ੍ਰਥਾ ਕੋਈ ਨਹੀਂ ਸੀਗੀ, ਠੀਕ ਹੈ। ਇੰਡਸ ਵੈਲੀ ਦੇ ਵਿੱਚ ਲਾਰਜਲੀ ਇਗੈਲੀਟੇਰੀਅਨ ਸੁਸਾਇਟੀ ਸੀਗੀ, ਉਹ ਇਕੁਅਲ ਇੱਕ ਦੂਜੇ ਨੂੰ ਟਰੀਟ ਕਰਦੇ ਸੀ। ਉਹ ਬਿਕੇਮ ਰਿਜਿਡ ਡਿਊਰਿੰਗ ਰਿਗਵੈਦਿਕ ਪੇਜ। ਨਹੀਂ ਰਾਜੇ, ਰਿਗਵੈਦਿਕ ਦੇ ਵਿੱਚ ਵੀ ਦੇਖੋ ਆਪਾਂ 10th ਮੰਡਲ ਪੜ੍ਹਦੇ ਆਪਾਂ, ਜਿਹੜਾ 10th ਮੰਡਲ, ਠੀਕ ਹੈ। ਰਿਗਵੈਦਿਕ ਹੈ ਜਿਹੜੀ ਰਿਗਵੇਦ ਆ, ਉਹਦੇ ਵਿੱਚ 10 ਮੰਡਲਾਸ ਨੇ, 10 ਬੁੱਕਸ ਨੇਗੀਆਂ। ਜਿਹੜੀ ਲਾਸਟ ਬੁੱਕ ਹੈ ਰਾਜੇ 10th ਮੰਡਲ ਹੈ, ਉਹਦੇ ਵਿੱਚ ਆਪਾਂ ਨੂੰ ਕੁਛ ਹੱਦ ਤੱਕ ਦੇਖਣ ਨੂੰ ਮਿਲਦਾ ਹੈ ਕਿ ਜਿਹੜੀ ਕਾਸਟ ਸਿਸਟਮ ਦੇ ਓਰੀਜਨ ਦੇਖਣ ਨੂੰ ਮਿਲਦੇ ਨੇ, ਠੀਕ ਹੈ। ਪੁਰੂਸ਼ੁਕਤਾ ਹਿਮ ਆਪਾਂ ਪੜ੍ਹਦੇ ਹੁੰਦੇ ਹਾਂ, ਪੁਰੂਸ਼ੁਕਤਾ ਹਿਮ, ਇਹ ਇੱਕ ਸ਼ਲੋਕ ਹੈ ਰਾਜੇ ਜਿਹੜਾ ਕਿ ਸਾਨੂੰ 10th ਮੰਡਲ ਦੇ ਵਿੱਚ ਮਿਲਦਾ ਹੈ, ਠੀਕ ਹੈ। ਇਹਦੇ ਵਿੱਚ ਥੋੜ੍ਹੀ ਜਿਹੀ ਇੰਡੀਕੇਸ਼ਨ ਹੈਗੀ ਹੈ ਕਿ ਸਾਡੀ ਸੁਸਾਇਟੀ 4 ਜਾਤੀਆਂ ਦੇ ਵਿੱਚ ਵੰਡੀ ਹੋਈ ਹੈ, ਬ੍ਰਾਹਮਣ, ਵੈਸ਼ਯ, ਸ਼ੂਦਰ ਅਤੇ ਆਪਣਾ ਛਤਰੀਆ। ਬ੍ਰਾਹਮਣ, ਛਤਰੀਆ, ਵੈਸ਼ਯ ਅਤੇ ਸ਼ੂਦਰ, 4 ਕਲਾਸਿਸ ਦੇ ਵਿੱਚ, ਕਾਸਟ ਦੇ ਵਿੱਚ ਵੰਡੀ ਹੋਈ ਹੈ ਸਾਡੀ ਸੁਸਾਇਟੀ, ਠੀਕ ਹੈ। ਜਿਹੜੀ ਕਿ ਬ੍ਰਹਮਾ, ਇਹ ਸ਼ਲੋਕ ਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਬ੍ਰਹਮਾ ਦੀ ਬੋਡੀ ਤੋਂ ਜਿਹੜੇ ਸਾਡੇ ਲੋਰਡ ਬ੍ਰਹਮਾ ਨੇਗੇ, ਕ੍ਰੀਏਟਰ ਨੇ ਸ੍ਰਿਸ਼ਟੀ ਦੇ ਲੋਰਡ ਬ੍ਰਹਮਾ, ਤਾਂ ਇਹਨਾਂ ਦੀ ਬੋਡੀ ਤੋਂ ਹੀ ਇਹ ਚਾਰੇ ਜਿਹੜੇ ਕਾਸਟਾਂ ਨੇ ਇਹ ਅਮਰਜ ਹੋਈਆਂ ਨੇ, ਠੀਕ ਹੈ। ਠੀਕ ਹੈ, ਬ੍ਰਹਮਾ ਦੀ ਡਿਫਰੈਂਟ ਬੋਡੀਜ਼ ਤੋਂ, ਠੀਕ ਹੈ। ਜਿਹੜੇ ਸ਼ੂਦਰਾਸ ਨੇ ਇਹ ਬ੍ਰਹਮਾ ਦੇ ਪੈਰਾਂ ਤੋਂ ਓਰੀਜਨ ਹੋਇਆ ਇਹਨਾਂ ਦਾ, ਠੀਕ ਹੈ। ਤਾਂ ਇਸੇ ਕਰਕੇ ਸ਼ੂਦਰਾ ਦੀ ਜਿਹੜੀ ਪੋਜੀਸ਼ਨ ਆ ਸੋਸਾਇਟੀ ਦੇ ਵਿੱਚ ਉਹ ਬਹੁਤ ਹੀ ਡਾਊਨਗ੍ਰੇਡਡ ਸੀਗੀ। ਬਟ ਇਹ ਚੀਜ਼ ਰਾਜੇ ਰਿਗਵੈਦਿਕ ਦੇ ਬਿਲਕੁਲ ਲਾਸਟ 'ਤੇ ਮਿਲੀ ਆਪਾਂ ਨੂੰ। ਰਿਗਵੈਦਿਕ ਦਾ ਟਾਈਮ ਪੀਰੀਅਡ ਕੀ ਸੀ ਰਿਗਵੈਦਿਕ ਦਾ ਰਾਜੇ? 1500 BC ਤੋਂ ਲੈ ਕੇ 1000 BC ਤੱਕ, ਇਹ ਸੀਗਾ ਰਿਗਵੈਦਿਕ ਦਾ ਟਾਈਮ, ਠੀਕ ਹੈ। ਅਤੇ ਜਿਹੜਾ ਉਦੋਂ ਲੇਟਰ ਵੈਦਿਕ ਦੀ ਗੱਲ ਕਰਦਾ ਮੈਂ, ਇਹ ਤਾਂ ਹੈਗਾ ਰਿਗਵੈਦਿਕ ਦਾ ਟਾਈਮ। ਜੇ ਲੇਟਰ ਵੈਦਿਕ ਦੀ ਗੱਲ ਕਰਾਂ ਮੈਂ, ਉਹ ਕਿਹੜਾ ਟਾਈਮ ਹੈ ਰਾਜੇ? 1000 BC ਤੋਂ ਲੈ ਕੇ 500 BC, ਠੀਕ ਹੈ। ਇਹ ਵਾਲਾ ਟਾਈਮ ਹੈਗਾ ਆਪਣਾ ਲੇਟਰ ਵੈਦਿਕ ਦਾ, ਇਹ ਵਾਲਾ ਹੈਗਾ ਰਿਗਵੈਦਿਕ ਦਾ, ਠੀਕ ਹੈ। ਫਰਕ ਹੈ ਥੋੜ੍ਹਾ ਜਿਹਾ। ਅਤੇ ਬਿਲਕੁਲ ਇੱਥੇ ਜੇ ਆ ਕੇ ਐਂਡ ਏ 'ਤੇ ਆ ਗਏ, ਰਿਗਵੈਦਿਕ ਦੇ ਐਂਡ 'ਤੇ ਆ ਕੇ ਆਪਾਂ ਨੂੰ ਥੋੜ੍ਹੀ ਜਿਹੀ ਇੰਡੀਕੇਸ਼ਨ ਮਿਲਦੀ ਹੈ ਕਾਸਟ ਸਿਸਟਮ ਦੀ, ਠੀਕ ਹੈ। ਤਾਂ ਰਿਗਵੈਦਿਕ ਦੇ ਵਿੱਚ ਤਾਂ ਨਹੀਂ ਹੈਗਾ ਇਹ, ਹਾਲੇ ਤਾਂ ਓਰੀਜਨ ਹੋਇਆ। ਇਹ ਕਹਿ ਰਹੇ ਨੇ ਵੀ ਇਟ ਬਿਕੇਮ ਰਿਜਿਡ, ਪੂਰਾ ਸਖਤ ਬਣ ਗਿਆ ਸੀਗਾ ਰਿਗਵੈਦਿਕ ਦੇ ਵਿੱਚ। ਤਾਂ ਸਖਤ ਤਾਂ ਨਹੀਂ ਬਣਿਆ ਸੀ, ਜਸਟ ਓਰੀਜਨ ਦੇਖਣ ਨੂੰ ਮਿਲਦਾ ਆਪਾਂ ਨੂੰ, ਕਿਉਂਕਿ 10th ਮੰਡਲ ਜਿਹੜਾ ਕਿ ਬਿਲਕੁਲ ਲਾਸਟ 'ਤੇ ਲਿਖਿਆ ਗਿਆ ਸੀ ਰਿਗਵੈਦਿਕ ਟਾਈਮ ਦੇ, ਉਦੋਂ ਆਪਾਂ ਨੂੰ ਥੋੜ੍ਹਾ ਬਹੁਤ ਪਤਾ ਲੱਗਦਾ ਵੀ ਹਾਂ ਵੀ ਕਾਸਟ ਸਿਸਟਮ ਵਰਗੀ ਕੋਈ ਚੀਜ਼ ਹੈਗੀ ਹੈ, ਠੀਕ ਹੈ। ਹੁਣ ਚੌਥਾ ਆਪਸ਼ਨ ਕੀ ਹੈ ਰਾਜੇ? ਬਿਕੇਮ ਰਿਜਿਡ ਡਿਊਰਿੰਗ ਲੇਟਰ ਵੈਦਿਕ ਏਜ। ਜਿਹੜਾ ਲੇਟਰ ਵੈਦਿਕ ਏਜ ਕੀ ਹੈ? ਇਹ ਤੋਂ ਬਾਅਦ 'ਚ। ਹੁਣ ਜਦੋਂ ਇੱਥੇ ਓਰੀਜਨ ਹੋ ਗਿਆ ਰਾਜੇ, ਤਾਂ ਇੱਥੇ ਤਾਂ ਫਿਰ ਹੁਣ ਰਿਜਿਡ ਹੋਣਾ ਹੀ ਹੋਣਾ ਸੀਗਾ, ਠੀਕ ਹੈ। ਇਹ ਤੋਂ ਬਾਅਦ 'ਚੋਂ ਰਾਜੇ ਸਾਡੀ ਮਨੁਸਮ੍ਰਿਤੀ ਵੀ ਲਿਖੀ ਗਈ ਸੀ, ਉਹਦੇ ਵਿੱਚ ਵੀ ਕਾਸਟ ਸਿਸਟਮ ਬਾਰੇ ਬਹੁਤ ਕੁਝ ਲਿਖਿਆ ਹੋਇਆ ਹੈਗਾ, ਠੀਕ ਹੈ। ਤਾਂ ਡੈਫੀਨੇਟਲੀ ਇਹ ਵਾਲਾ ਆਪਸ਼ਨ ਬਿਲਕੁਲ ਠੀਕ ਆਏਗਾ ਕਿ ਜਿਹੜਾ ਕਾਸਟ ਸਿਸਟਮ ਸੀ ਰਿਗਵੈਦਿਕ ਟਾਈਮ ਦੇ ਐਂਡ ਦੇ ਵਿੱਚ ਜਿਹੜਾ ਓਰੀਜਨ ਹੋਇਆ ਸੀਗਾ, ਉਦੋਂ ਬਾਅਦ 'ਚੋਂ ਰਾਜੇ ਹੋਰ ਵੀ ਰਿਜਿਡ ਹੋਣ ਲੱਗ ਗਿਆ ਸੀਗਾ, ਠੀਕ ਹੈ। ਪਹਿਲਾਂ ਤਾਂ ਸਿਰਫ ਓਕੂਪੇਸ਼ਨ ਬੇਸਡ ਸੀਗਾ ਵੀ ਕੀਤਾ ਕੀ ਹੈ, ਵੀ ਬ੍ਰਾਹਮਣ ਦਾ ਕੀ ਕੰਮ ਹੈ, ਛਤਰੀਆ ਦਾ ਕੀ ਕੰਮ ਹੈ, ਵੈਸ਼ਿਆ ਦਾ ਕੀ ਕੰਮ ਹੋਣਾ ਚਾਹੀਦਾ, ਸ਼ੂਦਰਾ ਦਾ ਕੀ ਕੰਮ ਹੋਣਾ ਚਾਹੀਦਾ। ਪਹਿਲਾਂ ਤਾਂ ਜਸਟ ਇਹ ਓਕੂਪੇਸ਼ਨ ਬੇਸਡ ਸੀਗਾ। ਓਕੂਪੇਸ਼ਨ ਮਤਲਬ ਕੀਤੇ ਦੇ ਆਧਾਰ 'ਤੇ ਵੀ ਕਿਹੜੇ ਬੰਦੇ ਦਾ ਕੀ ਕੰਮ ਹੈ, ਉਸ ਹਿਸਾਬ ਨਾਲ ਉਹਦੀ ਕਾਸਟ ਹੈਗੀ, ਠੀਕ ਹੈ। ਬਟ ਲੇਟਰ ਵੈਦਿਕ ਕੇਸ ਦੇ ਵਿੱਚ ਕੰਮ ਦੇ ਹਿਸਾਬ ਨਾਲ ਨਹੀਂ, ਬਲਕਿ ਬਰਥ ਦੇ ਹਿਸਾਬ ਨਾਲ ਜਿਹੜਾ ਕੀ ਹੈ ਕਾਸਟ ਬੰਦੇ ਦੀ ਡਿਸਾਈਡ ਹੋਣ ਲੱਗ ਗਈ ਸੀਗੀ, ਠੀਕ ਹੈ। ਇਸੇ ਕਰਕੇ ਆਪਾਂ ਕਹਿੰਦੇ ਕਿ ਇਟ ਬਿਕੇਮ ਰਿਜਿਡ ਡਿਊਰਿੰਗ ਲੇਟਰ ਵੈਦਿਕ ਏਜ, ਯਾਨੀ ਕਿ 1000 BC ਤੋਂ ਬਾਅਦ ਇਹ ਰਿਜਿਡ ਬਣਨਾ ਸਟਾਰਟ ਹੋ ਗਿਆ ਸੀਗਾ, ਠੀਕ ਹੈ ਜੀ। ਚਲੋ ਇਹ ਚੀਜ਼ ਇੰਪੋਰਟੈਂਟ ਸੀ ਰਾਜੇ, ਧਿਆਨ ਰੱਖਣਾ। ਨੈਕਸਟ ਕੁਐਸਚਨ, ਵਿਚ ਦ ਫੋਲੋਇੰਗ ਗੁਪਤਾ ਐਂਪਰਰਸ। ਗੁਪਤਾ ਐਂਪਾਇਰ ਦੀ ਗੱਲ ਹੋ ਰਹੀ ਹੈ ਰਾਜੇ, ਠੀਕ ਹੈ। ਲਗਭਗ 300 BC ਤੋਂ ਬਾਅਦ 300 AD ਤੋਂ ਬਾਅਦ ਇਹਨਾਂ ਦਾ ਟਾਈਮ ਪੀਰੀਅਡ ਆਉਂਦਾ ਆਪਣੇ ਕੋਲੇ। ਗੁਪਤਾ ਐਂਪਾਇਰ ਇਜ਼ ਰਿਪਰੈਜ਼ੈਂਟਡ ਹਿਜ਼ ਕੋਇਨਸ ਐਜ਼। ਕਿਹੜੇ ਗੁਪਤਾ ਐਂਪਾਇਰ ਨੂੰ ਰਾਜੇ, ਕਿਹੜੇ ਗੁਪਤਾ ਐਂਪਾਇਰ ਆਪਦੇ ਆਪ ਨੂੰ ਆਪਣੇ ਕੋਇਨਸ ਦੇ ਉੱਪਰ ਵੀਨਾ ਪਲੇ ਕਰਦਾ ਦਿਖਾਇਆ ਗਿਆ, ਠੀਕ ਹੈ। ਕਿਹੜੇ ਗੁਪਤਾ ਐਂਪਾਇਰ ਦੇ ਕੋਇਨ ਦੇ ਉੱਪਰ ਉਹਨੂੰ ਮਤਲਬ ਆਪਣੀ ਫੋਟੋ ਬਣਾ ਰੱਖੀ ਹੈ, ਠੀਕ ਹੈ, ਵੀ ਜਿਹਦੇ ਵਿੱਚ ਕਿ ਉਹ ਇੱਕ ਸਿਤਾਰ ਵਰਗੀ ਇੱਕ ਵੀਨਾ ਵਜਾ ਰਿਹਾ, ਕੋਈ ਇੰਸਟਰੂਮੈਂਟ ਵਜਾ ਰਿਹਾ ਹੈਗਾ, ਠੀਕ ਹੈ। ਠੀਕ ਹੈ, ਮੈਂ ਦੁਬਾਰਾ ਦੱਸਾਂ ਕੀ ਪੁੱਛ ਰਿਹਾ ਰਾਜੇ। ਦੇਖੋ ਗੁਪਤਾ ਐਂਪਾਇਰ ਦੀ ਗੱਲ ਹੋ ਰਹੀ ਹੈ। ਪਹਿਲੀ ਗੱਲ ਤਾਂ ਗੁਪਤਾ ਐਂਪਾਇਰ ਦੇ ਵਿੱਚ ਇੱਕ ਰੂਲਰ ਇਹੋ ਜਿਹਾ ਸੀਗਾ ਜਿਹਨੂੰ ਕਿ ਮਿਊਜ਼ਿਕ ਨਾਲ ਪਿਆਰ ਸੀਗਾ, ਠੀਕ ਹੈ। ਇੰਨਾ ਕੁ ਪਿਆਰ ਸੀਗਾ ਮਿਊਜ਼ਿਕ ਨਾਲ ਕਿ ਉਹਨੇ ਆਪਣੇ ਹੀ ਫੋਟੋਆਂ ਜਿਹੜੀਆਂ ਆਪਣੇ ਕੁਆਇਨਸ ਦੇ ਉੱਪਰ, ਆਪਣੇ ਸਿੱਕਿਆਂ ਦੇ ਉੱਪਰ ਛਪਾ ਰੱਖੀਆਂ ਸੀਗੀਆਂ, ਜਿਹਦੇ ਵਿੱਚ ਕਿ ਉਹ ਵੀਣਾ ਵਜਾਉਣ ਲੱਗ ਰਿਹਾ ਹੈਗਾ, ਠੀਕ ਹੈ। ਤਾਂ ਇਹੋ ਜਿਹੀ ਇਹਨੇ ਫੋਟੋਆਂ ਬਣਾ ਰੱਖੀਆਂ ਸੀ ਕੁਆਇਨਸ ਦੇ ਉੱਪਰ। ਤਾਂ ਉਹ ਰੂਲਰ ਦਾ ਨਾਮ ਪੁੱਛ ਰਿਹਾ ਰਾਜੇ। ਉਹ ਰੂਲਰ ਦਾ ਨਾਮ ਆਏਗਾ ਰਾਜੇ ਸਮੁਦਰਗੁਪਤ। ਵਨ ਆਫ ਦਾ ਗ੍ਰੇਟੈਸਟ ਗੁਪਤਾ ਰੂਲਰ ਹੈ ਰਾਜੇ, ਠੀਕ ਹੈ। ਸਾਰੇ ਗੁਪਤਾ ਰੂਲਰਸ ਦੇ ਵਿੱਚੋਂ ਬੈਸਟ ਦੇ ਵਿੱਚੋਂ ਉਹ ਆਉਂਦਾ, ਠੀਕ ਹੈ। ਜਿਹੜਾ ਗੁਪਤਾ ਰੂਲਰਸ ਨੇ
ਸਭ ਤੋਂ ਬੈਸਟ ਦੇ ਵਿੱਚ ਇਹ ਸਮੁੰਦਰਗੁਪਤ ਗਿਣਿਆ ਜਾਂਦਾ ਹੈਗਾ, ਠੀਕ ਹੈ ਜੀ। ਬਟ ਈਵਨ ਸੋ ਮਚ ਸੋ ਦੈਟ ਕਿ ਇਹਨੂੰ ਨੈਪੋਲੀਅਨ ਆਫ ਇੰਡੀਆ ਵੀ ਕਿਹਾ ਜਾਂਦਾ, ਨੈਪੋਲੀਅਨ ਆਫ ਇੰਡੀਆ। ਜਿਹੜਾ ਸਮੁੰਦਰਗੁਪਤ ਹੈ ਇਹਨੂੰ ਨੈਪੋਲੀਅਨ ਆਫ ਇੰਡੀਆ ਵੀ ਕਿਹਾ ਜਾਂਦਾ, ਠੀਕ ਹੈ। ਕਿਹਨੇ ਕਿਹਾ ਸੀ ਰਾਜੇ? ਇਹ V.A. ਸਮਿਥ ਨੇ, ਵਿੰਸਟਨ ਆਰਥਰ ਸਮਿਥ। ਇਹ ਕੁਐਸਚਨ ਬਹੁਤ ਵਾਰੀ ਆ ਰਾਜੇ ਕਿ ਸਮੁੰਦਰਗੁਪਤ ਨੂੰ ਨੈਪੋਲੀਅਨ ਆਫ ਇੰਡੀਆ ਕਿਹਨੇ ਕਿਹਾ ਹੈ, ਤਾਂ ਉਹ V.A. ਸਮਿਥ ਨੇ ਕਿਹਾ ਰਾਜੇ, ਠੀਕ ਹੈ। ਠੀਕ ਹੈ ਜੀ, ਇਹ ਆਪਾਂ ਕਰ ਲਿਆ ਕਿ ਸਮੁੰਦਰਗੁਪਤ ਜਿਹੜਾ ਕੀ ਹੈ ਵੀਣਾ ਵਜਾਉਂਦਾ ਸੀਗਾ ਅਤੇ ਇਹਨੂੰ ਨੈਪੋਲੀਅਨ ਆਫ ਇੰਡੀਆ ਕਿਹਾ ਜਾਂਦਾ, ਠੀਕ ਹੈ। ਬਹੁਤ ਗ੍ਰੇਟ ਰੂਲਰ ਸੀਗਾ ਗੁਪਤਾ ਐम्पायर ਦਾ, ਠੀਕ ਹੈ ਜੀ। ਚਲੀਏ ਅੱਗੇ, ਲਾਸਟ ਕੁਐਸਚਨ ਹੈ ਮੇਰੇ ਖਿਆਲ ਦੇ ਵਿੱਚ, ਹਾਂਜੀ 20th ਕੁਐਸਚਨ ਹੈਗਾ, ਠੀਕ ਹੈ। ਮੋਸਟ ਆਫ ਦ ਚੋਲਾ ਟੈਂਪਲਸ ਵਰ ਡੈਡੀਕੇਟਡ ਟੂ। ਰਾਜੇ ਤੁਸੀਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਇਹਨੇ, ਠੀਕ ਹੈ। ਮੈਂ ਤੁਹਾਨੂੰ ਥੋੜ੍ਹੀ ਇਨਫੋਰਮੇਸ਼ਨ ਦਿੰਦਾ, ਦੁਬਾਰਾ ਇੱਕ ਵਾਰੀ ਕੁਐਸਚਨ ਦੱਸਦਾ ਮੈਂ। ਮੋਸਟ ਆਫ ਦ ਚੋਲਾ ਟੈਂਪਲਸ ਜਿਹੜੇ ਹੈਗੇ ਨੇ ਤਾਮਿਲਨਾਡੂ ਦੇ ਵਿੱਚ ਨੇ ਬੇਸਿਕਲੀ ਜ਼ਿਆਦਾਤਰ, ਜਿਹੜੇ ਵਰ ਡੈਡੀਕੇਟਡ ਟੂ ਗਣੇਸ਼, ਸ਼ਿਵਾ, ਦੁਰਗਾ, ਵਿਸ਼ਨੂੰ। ਕਿਹੜੇ ਜਿਹੜਾ ਕੀ ਹੈ ਗੋਡ ਦੇ ਜਾਂ ਲੋਰਡ ਦੇ ਨੂੰ ਡੈਡੀਕੇਟ ਹੈਗਾ, ਕਿਹੜੇ ਚੋਲਾ ਟੈਂਪਲਸ ਕਿਹਨੂੰ ਡੈਡੀਕੇਟਡ ਨੇ ਇਹ, ਠੀਕ ਹੈ ਜੀ। ਤੁਹਾਨੂੰ ਰਾਜੀ ਇਨਫੋਰਮੇਸ਼ਨ ਦੇ ਦੇਣਾ ਮੈਂ ਥੋੜ੍ਹੀ ਜਿਹੀ ਕਿ ਕਰੀਅਰ ਐਜ ਰਾਜੇ ਬੈਚਿਸ ਚੱਲ ਰਹੇ ਨੇ ਕੋਆਪਰੇਟਿਵ ਬੈਂਕ ਦੇ, ਠੀਕ ਹੈ, ਐਕਸਾਈਜ਼ ਇੰਸਪੈਕਟਰ ਦੇ, PSPCL ਦੇ, TCL ਦੇ, ਸਾਰੇ ਬੈਚਿਸ ਚੱਲ ਰਹੇ ਨੇ ਰਾਜੇ। ਬੈਚਿਸ ਸਟਾਰਟ ਹੋਣ ਵੀ ਵਾਲੇ ਨੇਗੇ, ਠੀਕ ਹੈ। ਅਗਰ ਤੁਹਾਨੂੰ ਲੱਗਦਾ ਰਾਜੇ ਤੁਸੀਂ ਜੋਬ ਸਿਕਿਉਰ ਕਰਨੀ ਹੈ, ਅਗਰ ਤੁਹਾਨੂੰ ਲੱਗਦਾ ਤੁਹਾਡੀ ਤਿਆਰੀ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈਗੀ ਹੈ ਔਰ ਤੁਸੀਂ ਜੋਬ ਲੈਣੀ ਹੀ ਲੈਣੀ ਹੈ, ਤਾਂ ਤੁਸੀਂ ਰਾਜੇ ਦੇਰ ਨਾ ਕਰੋ। ਅਗਰ ਕੈਰੀਅਰ ਐਜ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਇਸ ਨੰਬਰ 'ਤੇ ਕਾਲ ਕਰ ਲਓ ਰਾਜੇ। ਬੈਚਿਸ ਚੱਲ ਵੀ ਰਹੇ ਨੇ ਔਰ ਬੈਚਿਸ ਨਵੇਂ ਸਟਾਰਟ ਵੀ ਹੋਣ ਵਾਲੇ ਨੇ, ਠੀਕ ਹੈ, ਜਿਹਦੇ ਵਿੱਚ ਕਿ ਤੁਹਾਨੂੰ ਰਿਕਾਰਡਡ ਕਲਾਸਿਸ ਵੀ ਮਿਲਣਗੀਆਂ, ਠੀਕ ਹੈ, ਔਰ ਲਾਈਵ ਕਲਾਸਿਸ ਵੀ। ਇਹ ਦੋਨੇ ਅਲੱਗ-ਅਲੱਗ ਹੋਣਗੇ ਰਾਜੇ, ਲਾਈਵ ਕਲਾਸਿਸ ਅਲੱਗ ਚੱਲਣਗੀਆਂ, ਰਿਕਾਰਡਡ ਅਲੱਗ, ਠੀਕ ਹੈ। ਮਤਲਬ ਇੱਦਾਂ ਨਹੀਂ ਵੀ ਇਹੀ ਲਾਈਵ ਕਲਾਸਿਸ ਰਿਕਾਰਡ ਕਰਕੇ ਤੁਹਾਨੂੰ ਦੇ ਦਿਆਂ, ਨਹੀਂ ਇੱਦਾਂ ਨਹੀਂ ਹੈਗਾ। ਲਾਈਵ ਕਲਾਸਿਸ ਦਾ ਕੰਟੈਂਟ ਅਲੱਗ ਹੋਏਗਾ ਔਰ ਰਿਕਾਰਡਡ ਦਾ ਅਲੱਗ ਹੋਏਗਾ, ਠੀਕ ਹੈ। ਟੀਚਰਸ ਵੀ ਡਿਫਰੈਂਟ ਹੋਣਗੇ, ਤਾਂ ਤੁਸੀਂ ਦੋਨਾਂ ਚੀਜ਼ਾਂ ਨੂੰ ਐਕਸੈਸ ਕਰਦੇ ਹੋ ਜੋ ਤੁਹਾਨੂੰ ਅੱਛਾ ਲੱਗਦਾ। ਅਗਰ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਲਾਈਵ ਦੇਖ ਸਕਦੇ ਹੋ। ਅਗਰ ਤੁਹਾਨੂੰ ਟਾਈਮ ਦੀ ਫਲੈਕਸੀਬਿਲਿਟੀ ਚਾਹੀਦੀ ਹੈ ਕਿ ਹਾਂ ਤੁਸੀਂ ਜੋਬ ਕਰ ਰਹੇ ਹੋ, ਕਿਤੇ ਹੋਰ ਕੰਮ ਕਰ ਰਹੇ ਹੋ ਅਤੇ ਤੁਹਾਡੇ ਕੋਲ ਟਾਈਮ ਜਿਹੜਾ ਕੀ ਹੈ ਮਤਲਬ ਆਫਿਸ ਆਵਰ ਦੇ ਵਿੱਚ ਨਹੀਂ ਹੁੰਦਾ, ਤੁਸੀਂ ਰਾਤ ਨੂੰ ਪੜ੍ਹਨਾ ਚਾਹੁੰਦੇ ਹੋ ਜਿਵੇਂ ਵੀ, ਤਾਂ ਰਿਕਾਰਡਡ ਕਲਾਸਿਸ ਵੀ ਤੁਸੀਂ ਐਕਸੈਸ ਕਰ ਸਕਦੇ ਹੋ, ਠੀਕ ਹੈ। ਹਰ ਤਰ੍ਹਾਂ ਦੀ ਫੈਸਿਲਿਟੀ ਕਰੀਅਰ ਐਜ ਤੁਹਾਨੂੰ ਦੇਣ ਲਈ ਤਿਆਰ ਹੈ ਰਾਜੇ, ਠੀਕ ਹੈ। ਜਲਦੀ ਹੀ ਕੰਟੈਕਟ ਕਰੋ ਰਾਜੇ ਕਰੀਅਰ ਐਜ ਨੂੰ, ਠੀਕ ਹੈ, 9551500041। ਅਗਰ ਕਰੀਅਰ ਐਜ ਨਾਲ ਨਹੀਂ ਜੁੜਨਾ ਰਾਜੇ, ਕਿਸੇ ਹੋਰ ਨਾਲ ਜੁੜ ਕੇ ਤੁਹਾਨੂੰ ਅੱਛਾ ਲੱਗਦਾ ਤਾਂ ਕੋਈ ਗੱਲ ਨਹੀਂ, ਬਟ ਆਪਣੀ ਤਿਆਰੀ ਨੂੰ ਤੁਸੀਂ ਪਿੱਛੇ ਨਹੀਂ ਛੱਡਣਾ ਹੈਗਾ, ਠੀਕ ਹੈ। ਅਗਰ ਤੁਹਾਨੂੰ ਲੱਗਦਾ ਵੀ ਤੁਸੀਂ ਕਿਤੇ ਨਾ ਕਿਤੇ ਕਮੀ ਹੈਗੀ ਹੈ ਤਾਂ ਡੈਫੀਨੇਟਲੀ ਤੁਸੀਂ ਕੀ ਹੈ ਜੁਆਇਨ ਕਰੋ ਕਿਤੇ ਨੂੰ ਵੀ, ਕੋਈ ਆਪਣੇ ਸੀਨੀਅਰ ਤੋਂ ਗਾਈਡੈਂਸ ਲਓ, ਕਿਤੋਂ ਵੀ ਲਓ, ਬਟ ਤਿਆਰੀ ਕਰੋ ਅੱਛੀ ਤਰ੍ਹਾਂ, ਠੀਕ ਹੈ। ਅਗਰ ਕਰੀਅਰ ਐਜ ਨਹੀਂ ਕਰਨਾ ਕਿਤੇ ਹੋਰ ਕਰ ਲਓ, ਜਿੱਥੇ ਮਰਜ਼ੀ ਕਰ ਲਓ, ਕੋਈ ਦਿੱਕਤ ਨਹੀਂ, ਠੀਕ ਹੈ, ਤਾਂ ਕਰ ਜ਼ਰੂਰ ਲਓ ਬਟ, ਠੀਕ ਹੈ ਜੀ। ਚਲੋ ਮੈਂ ਲਾਸਟ ਕੁਐਸਚਨ ਆਪਾਂ ਦੇਖ ਲੈਂਦੇ ਹਾਂ। ਚੋਲਾ ਟੈਂਪਲ ਰਾਜੇ ਜ਼ਿਆਦਾਤਰ ਕਿਹਨੂੰ ਡੈਡੀਕੇਟ ਸੀਗੇ? ਸ਼ਿਵਾ ਨੂੰ ਸੀਗੇ, ਲੋਰਡ ਸ਼ਿਵਾ ਨੂੰ, ਭਗਵਾਨ ਸ਼ਿਵ ਨੂੰ ਜਿਹੜੇ ਸੀਗੇ ਚੋਲਾ ਟੈਂਪਲਸ ਉਹ ਡੈਡੀਕੇਟਡ ਸੀਗੇ। ਬਿਕੋਜ਼ ਜਿਹੜੇ ਚੋਲਾ ਰੂਲਰ ਸੀਗੇ ਉਹ ਸ਼ੈਵਾਈਟ ਸੀਗੇ। ਸ਼ੈਵਾਈਟ ਕਿਹੜੇ ਹੁੰਦੇ ਨੇ? ਜਿਹੜੇ ਕਿ ਸ਼ਿਵਾ ਦੀ ਪੂਜਾ ਕਰਦੇ ਨੇ, ਲੋਰਡ ਸ਼ਿਵ ਦੀ ਪੂਜਾ ਕਰਦੇ ਨੇ, ਠੀਕ ਹੈ ਜੀ। ਇੱਕ ਇਹਨਾਂ ਦਾ ਟੈਂਪਲ ਬਹੁਤ ਜ਼ਿਆਦਾ ਫੇਮਸ ਹੈ ਰਾਜੇ, ਉਹ ਕਿਹੜਾ? ਬ੍ਰਿਹਦੇਸ਼ਵਰ ਟੈਂਪਲ। ਬ੍ਰਿਹਦੇਸ਼ਵਰ ਟੈਂਪਲ ਬਹੁਤ ਜ਼ਿਆਦਾ ਫੇਮਸ ਹੈ ਰਾਜੇ, ਬਹੁਤ ਵੱਡਾ ਟੈਂਪਲ ਹੈ। ਕਿੱਥੇ ਹੈ ਇਹ? ਤੰਜਾਵਰ ਦੇ ਵਿੱਚ, ਤੰਜਾਵਰ ਦੇ ਵਿੱਚ ਹੈ। ਤੰਜਾਵਰ ਕਿੱਥੇ ਹੈ? ਤਮਿਲਨਾਡੂ ਦੇ ਵਿੱਚ, ਠੀਕ ਹੈ ਜੀ। ਬ੍ਰਿਹਦੇਸ਼ਵਰ ਟੈਂਪਲ ਹੈ। ਕਿਹਨੇ ਬਣਾਇਆ ਸੀ ਰਾਜੇ ਇਹ? ਚੋਲਾ ਕਿੰਗ ਰਾਜਾ ਰਾਜਾ 1 ਨੇ ਬਣਾਇਆ ਸੀ ਬ੍ਰਿਹਦੇਸ਼ਵਰ ਟੈਂਪਲ ਤੰਜਾਵਰ ਦੇ ਵਿੱਚ, ਲਗਭਗ 1000 AD ਦੇ ਵਿੱਚ, ਠੀਕ ਹੈ, 1000 AD ਦੇ ਵਿੱਚ ਇਹ ਬਣਾਇਆ ਸੀਗਾ ਬ੍ਰਿਹਦੇਸ਼ਵਰ ਟੈਂਪਲ। ਬਹੁਤ ਇੰਪੋਰਟੈਂਟ ਟੈਂਪਲ ਹੈ ਰਾਜੇ, ਸ਼ਿਵਾ ਦਾ ਟੈਂਪਲ ਹੈ, ਠੀਕ ਹੈ ਜੀ, ਬਹੁਤ ਵੱਡਾ ਟੈਂਪਲ ਹੈ ਇਹ, ਠੀਕ ਹੈ ਰਾਜੇ। ਇਹ ਸਾਰੇ ਸੀਗੇ 20 ਕੁਐਸਚਨ ਐਂਸ਼ੀਅੰਟ ਹਿਸਟਰੀ ਦੇ। ਇਸੇ ਤਰ੍ਹਾਂ ਰਾਜੇ ਡੇਲੀ 10 ਐਟਲੀਸਟ 10 ਦਿਨ, ਠੀਕ ਹੈ, ਅੱਜ 3rd ਕਲਾਸ ਸੀਗੀ, ਡੇਲੀ 10 ਦਿਨ ਰਾਜੇ ਅਸੀਂ ਇਹੀ ਸਾਡਾ ਇਹੀ ਪੈਟਰਨ ਰਹੇਗਾ। ਸਾਰੇ ਸਬਜੈਕਟਸ ਮੈਥ, ਰੀਜ਼ਨਿੰਗ, ਕੁਆਂਟ, ਇੰਗਲਿਸ਼, ਕੰਪਿਊਟਰਸ, ਜੋ ਵੀ ਤੁਸੀਂ ਦੇਖ ਪਾ ਰਹੇ ਹੋ ਸੇਮ ਪੈਟਰਨ ਰਹੇਗਾ 10 ਦਿਨ ਐਟਲੀਸਟ। ਤੁਸੀਂ ਰਾਜੇ ਕੋਈ ਵੀ ਕਲਾਸ ਮਿਸ ਨਹੀਂ ਕਰਨੀ, ਬਹੁਤ ਹੀ ਇਨਫੋਰਮੇਟਿਵ ਕਲਾਸਿਸ ਨੇਗੀਆਂ, ਬਹੁਤ ਹੀ ਅਸੀਂ ਆਪਣੇ ਜਿੰਨੀ ਸਾਡੇ ਤੋਂ ਕੋਸ਼ਿਸ਼ ਹੁੰਦੀ ਹੈ ਅੱਛੇ ਕੁਐਸਚਨ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੇ ਕਿ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ, ਠੀਕ ਹੈ। ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਐਗਜ਼ਾਮ ਦੇ ਵਿੱਚ ਆ ਸਕਦੇ ਨੇ, ਇਹ ਗੱਲ ਮੈਂ ਤੁਹਾਨੂੰ ਵਾਰ-ਵਾਰ ਸਟ੍ਰੈਸ ਕਰ ਰਿਹਾ ਕਿ ਪ੍ਰੀਵੀਅਸ ਈਅਰ ਕੁਐਸਚਨ ਅਸੀਂ ਲੈ ਕੇ ਆਉਂਦੇ ਹਾਂ ਔਰ ਪ੍ਰੀਵੀਅਸ ਈਅਰ ਕੁਐਸਚਨ ਹੀ ਜ਼ਿਆਦਾ ਚਾਂਸਿਸ ਹੁੰਦੇ ਨੇ ਕਿ ਦੁਬਾਰਾ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਣ, ਠੀਕ ਹੈ। ਤਾਂ ਬਹੁਤ ਰੈਲੀਵੈਂਟ ਇਨਫੋਰਮੇਸ਼ਨ ਹੁੰਦੀ ਹੈ, ਜ਼ਰੂਰ ਤੁਸੀਂ ਰਾਜੇ ਫੋਲੋ ਕਰਨੀ ਹੈ ਇਸ ਚੀਜ਼ ਨੂੰ। ਦੇਖੋ 10 ਦਿਨ ਬਿਲਕੁਲ ਫ੍ਰੀ ਨੇਗੇ, ਤੁਸੀਂ ਬੜੇ ਅੱਛੀ ਤਰ੍ਹਾਂ ਯੂਟੀਲਾਈਜ਼ ਕਰਨਾ ਹੈ। ਕੋਈ ਇਹਦੇ ਵਿੱਚ ਚਾਰजेस ਨਹੀਂ ਹੈਗੇ, ਜਸਟ ਤੁਸੀਂ ਵੀਡੀਓਜ਼ ਦੇਖਣੀਆਂ ਨੇ ਅਤੇ ਨੋਟ ਮੇਕਿੰਗ ਕਰਨੀ ਹੈ। ਇਹ ਸਟੈਪ ਬਹੁਤ ਇੰਪੋਰਟੈਂਟ ਰਾਜੇ ਨੋਟ ਮੇਕਿੰਗ ਦਾ, ਠੀਕ ਹੈ, ਵਰਨਾ ਤੁਸੀਂ ਕੀ ਹੈ ਭੁੱਲ ਸਕਦੇ ਹੋ, ਜਾਂ ਫਿਰ ਤੁਸੀਂ ਕੀ ਕਰਨਾ ਹੈ ਵੀਡੀਓਜ਼ ਨੂੰ ਦੁਬਾਰਾ ਦੇਖਣਾ ਹੈਗਾ, ਤੁਸੀਂ ਫਿਰ ਵੀ ਤੁਹਾਡੇ ਦਿਮਾਗ ਦੇ ਵਿੱਚ ਚੀਜ਼ ਪੱਕ ਜੂਗੀ, ਠੀਕ ਹੈ। ਵੈਸੇ ਨੋਟ ਮੇਕਿੰਗ ਬੈਸਟ ਆਪਸ਼ਨ ਹੈ, ਅਗਰ ਨੋਟ ਮੇਕਿੰਗ ਨਹੀਂ ਵੀ ਕਰਨੀ ਤਾਂ ਵੀਡੀਓਜ਼ ਨੂੰ ਦੁਬਾਰਾ ਦੇਖੋ, ਠੀਕ ਹੈ ਜੀ। ਚਲੋ ਰਾਜੇ ਫਿਰ ਮਿਲਦੇ ਹਾਂ ਕੱਲ੍ਹ ਨੂੰ ਇਸੇ ਟਾਈਮ 9 ਵਜੇ ਰਾਤ ਨੂੰ, ਜਿਹਦੇ ਵਿੱਚ ਕਿ ਅਸੀਂ ਜਨਰਲ ਅਵੇਅਰਨੈਸ ਦਾ ਕੋਈ ਹੋਰ ਸਬਜੈਕਟ ਕਰਾਂਗੇ, ਮੇਬੀ ਪੋਲਿਟੀ ਕਰ ਲਈਏ, ਕੋਈ ਹੋਰ ਸਬਜੈਕਟ ਕਰ ਲਈਏ, ਤਾਂ ਆਪਾਂ ਨੂੰ ਕੱਲ੍ਹ ਨੂੰ ਪਤਾ ਲੱਗੇਗਾ, ਠੀਕ ਹੈ। ਕੱਲ੍ਹ ਨੂੰ ਮਿਲਦਾ ਰਾਜੇ ਇਸੇ ਟਾਈਮ, ਟੇਕ ਕੇਅਰ ਰਾਜੇ, ਪੜ੍ਹਦੇ ਰਹੋ, ਓਕੇ।